दुख दारू सुख रोग भया, दुख दारू सुख रोग भया, जहाँ सुख ताम न होई। दुख दारू सुख रोग भया, जहाँ सुख काम ना होई। दुख दारू सुख रोग भया, जहाँ सुख काम ना होई। नि दा नि दा नि सा नि सा नि सा नि सा नि सा रे नि सा रे नि सा रे नि सा रे गा रे सा नि सा धा नि रे सा सा रे गा म ब धा नि प म ब गा म रे सा नि सा धा नि रे सा धा नि रे सा। दुख दारू सुख रोग भया, जहाँ सुख ताम न होई। दुख दारू सुख रोग भया, तू करता करना मैं नाही, करता करना मैं नाही। तू करता करना मैं नाही। करता करना मैं नाही। जिनकी दी सो पार पिया, दुख दारू सुख रोग भया, जहाँ सुख ताम न होई। दुख दारू सुख रोग भया, जहाँ सुख ताम ना होई। दुख दारू सुख रोग भया, जहाँ सुख ताम ना होई। बलिहारी कुदरत वसिया, बलिहारी कुदरत वसिया। निजा नानी माना मामा गमरे ग सारे निजा निजा धानी रे सा धानी रे सा धानी रे सा। बलिहारी कुदरत वसिया, कुदरत वसिया। तेरा अंत न जाए लखिया रहो, जात में जोत जोत में जाता, जात में जोत जोत में जाता। अकल कला भरपूर रहा, अकल कला भरपूर रहा। तू सच्चा साहिब सिफत सवालियों, तू सच्चा साहिब सिफत सवालियों, जिनकी ती सो पार पिया, जिनकी ती सो पार पिया। को नानक करते किया बातां, को नानक कर प्रेतिया बाता। जो किछ करना सो कर रिहा, जो किछ करना सो कर रिहा। जो किछ करना सो कर रिहा। दुख दारू सुख रोग भया, दुख दारू सुख रोग भया, जहाँ सुख ताम न होई। ਇਹ ਨੇ ਪੰਜਾਬ ਦੇ ਲਹਿਲਹਾਉਂਦੇ ਖੇਤ ਤੇ ਇਹ ਹਨ ਪੰਜਾਬ ਦੇ ਵੀਰ ਕਿਸਾਨ ਜੋ ਕਿ ਭਾਰਤ ਦੇ 4% ਫਸਲੀ ਰਕਬੇ ਨਾਲ ਅੱਧੇ ਦੇਸ਼ ਦਾ ਢਿੱਡ ਭਰਦੇ ਨੇ। ਇਸ ਦਾ ਮੁੱਖ ਸਰੋਤ ਹਨ ਪੰਜਾਬ ਦੀ ਸੋਨੇ ਵਰਗੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ। ਪਰ ਅੱਜ ਇਹ ਦੋਵੇਂ ਵਰਦਾਨ ਬੁਰੀ ਤਰ੍ਹਾਂ ਦੂਸ਼ਿਤ ਹੋ ਗਏ ਨੇ।
ਕੋਈ ਵੇਲਾ ਸੀ ਪੰਜਾਬੀਆਂ ਦੀ ਨਿਡਰਤਾ, ਦਲੇਰੀ ਅਤੇ ਜਾਂਬਾਜ਼ੀ ਦਾ ਲੋਹਾ ਵਿਸ਼ਵ ਭਰ ਵਿੱਚ ਮੰਨਿਆ ਜਾਂਦਾ ਸੀ। ਪਰ ਅੱਜ ਪੰਜਾਬ ਨਸ਼ਾਖੋਰੀ ਅਤੇ ਨਾਮਰਦਗੀ ਵੱਲ ਵਧ ਰਿਹਾ ਹੈ। ਚੰਡੀਗੜ੍ਹ ਸਥਿਤ PGI MER ਦੀ ਰਿਪੋਰਟ ਅਨੁਸਾਰ ਪੰਜਾਬ ਦਾ 88% ਜ਼ਮੀਨ ਹੇਠਲਾ ਪਾਣੀ ਬੁਰੀ ਤਰ੍ਹਾਂ ਦੂਸ਼ਿਤ ਹੈ। ਭਿੰਡੀ, ਗਾਜਰ, ਕਰੇਲਾ, ਗੋਭੀ ਤੇ ਮਿਰਚਾਂ ਸਿੱਕੇ ਦੀ ਜ਼ਹਿਰ ਨਾਲ ਪ੍ਰਭਾਵਿਤ ਹਨ। ਚਾਰਾ, ਪਸ਼ੂਆਂ ਦੇ ਦੁੱਧ ਤੇ ਲਹੂ ਵਿੱਚ ਕੀਟਨਾਸ਼ਕ ਦਵਾਈਆਂ ਦਾ ਅਸਰ ਨਿਰਧਾਰਤ ਮਾਤਰਾ ਤੋਂ ਬਹੁਤ ਜ਼ਿਆਦਾ ਹੈ। ਇੱਥੋਂ ਤੱਕ ਕਿ ਮਾਵਾਂ ਦੇ ਦੁੱਧ ਵਿੱਚ ਵੀ ਜ਼ਹਿਰ ਪਹੁੰਚ ਗਿਆ ਹੈ। ਖੂਨ ਜਾਂਚ ਰਾਹੀਂ ਇਹ ਪਤਾ ਲੱਗਾ ਹੈ ਕਿ 65% ਲੋਕਾਂ ਵਿੱਚ ਕੀਟਨਾਸ਼ਕ ਦਵਾਈਆਂ ਦੇ ਅਸਰ ਕਾਰਨ DNA ਵਿੱਚ ਪਰਿਵਰਤਨ ਹੋ ਰਹੇ ਹਨ। ਦਾਦੇ ਪੋਤੇ ਦੀ ਪੀੜ੍ਹੀ ਵਿੱਚ ਨਰ ਸ਼ੁਕਰਾਣੂਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਪੰਜਾਬ ਦੇ 23% ਨਵੇਂ ਵਿਆਹੇ ਜੋੜਿਆਂ ਦੇ ਔਲਾਦ ਨਾ ਹੋਣ ਦਾ ਇਹ ਇੱਕ ਵੱਡਾ ਕਾਰਨ ਹੈ। ਜੇਕਰ ਗਰਭ ਧਾਰਨ ਹੋ ਵੀ ਜਾਵੇ ਤਾਂ ਗਰਭਪਾਤ ਦਾ ਡਰ ਬਣਿਆ ਰਹਿੰਦਾ। ਔਰਤਾਂ ਵਿੱਚ ਛਾਤੀ, ਦਿਮਾਗ ਦਾ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦਾ ਲੋੜ ਤੋਂ ਵੱਧ ਮਾਤਰਾ ਵਿੱਚ ਉਪਯੋਗ। ਅੱਜ ਪੰਜਾਬ ਦਾ ਹਰ ਇੱਕ ਪਿੰਡ 35 ਲੱਖ ਰੁਪਏ ਦੀਆਂ ਦਵਾਈਆਂ ਹਰ ਸਾਲ ਵਰਤਦਾ ਹੈ। ਇਸ ਕਾਰਨ ਅੱਖਾਂ ਦੇ ਰੋਗ, ਪੇਟ ਦੀਆਂ ਬਿਮਾਰੀਆਂ, ਚਰਮ ਰੋਗ, ਅਲਰਜੀ ਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੱਧ ਰਹੀਆਂ ਹਨ। ਭਾਰਤ ਵਿੱਚ ਆਬਾਦੀ ਤੇਜ਼ੀ ਨਾਲ ਵਧੀ, ਜਿਸ ਕਰਕੇ ਵਧੇਰੇ ਅਨਾਜ ਪੈਦਾ ਕਰਨ ਦੀ ਸਖਤ ਜ਼ਰੂਰਤ ਸੀ। ਇਸ ਕਰਕੇ ਹਰੇ ਇਨਕਲਾਬ ਨੇ ਜਨਮ ਲਿਆ, ਜਿਸ ਵਿੱਚ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ ਪਈ। ਉਦਯੋਗਿਕ ਇਕਾਈਆਂ ਦੀ ਗਿਣਤੀ ਇਸ ਹੱਦ ਤੱਕ ਵਧਾਉਣੀ ਪਈ ਕਿ ਇਸ ਨੇ ਹਵਾ ਤੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ। ਅੱਜ ਪੰਜਾਬ ਦੇ ਕਿਸਾਨ ਰਸਾਇਣਿਕ ਖੇਤੀ ਕਾਰਨ ਕਰਜ਼ੇ ਵਿੱਚ ਫਸੇ ਹਨ, ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਪਰ ਸਭ ਤੋਂ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਖਤਰੇ ਵਿੱਚ ਪਾ ਰਹੇ ਹਾਂ। ਇਸ ਲਈ ਭਾਰਤ ਦੇ ਲੱਖਾਂ ਸੂਝਵਾਨ ਕਿਸਾਨਾਂ ਨੇ ਕੁਦਰਤੀ ਖੇਤੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਤੇ ਜੇ ਅਸੀਂ ਸਿਹਤ ਸੰਬੰਧੀ ਗੁਣਾਂ ਵੱਲ ਨਜ਼ਰ ਮਾਰੀਏ ਤਾਂ ਕੁਦਰਤੀ ਖੇਤੀ ਇੱਕ ਅਮੁੱਲੀ ਦਾਤ ਜਾਪਦੀ ਹੈ। ਪਿੰਗਲਾ ਸੰਸਥਾ ਦਾ ਜਿਹੜਾ ਮੇਨ ਆਬਜੈਕਟ ਹੈ ਉਹ ਹੈ ਸਰਬੱਤ ਦਾ ਭਲਾ। ਅਸੀਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਯਾਨੀ ਕਿ ਪਰਹੇਜ਼ ਇਲਾਜ ਨਾਲੋਂ ਚੰਗਾ ਹੈ। ਇਹਦੇ ਵਿੱਚ ਭਗਤ ਪੂਰਨ ਸਿੰਘ ਜੀ ਵੀ ਯਕੀਨ ਕਰਦੇ ਸੀ ਤੇ ਉਹਨਾਂ ਦੀਆਂ ਰੀਹਾਂ ਤੇ ਚੱਲਦੇ ਹੋਏ ਅਸੀਂ ਵੀ ਇਸ ਗੱਲ ਤੇ ਯਕੀਨ ਕਰਦੇ ਹਾਂ। ਡਾਕਟਰ ਹੋਣ ਦੇ ਨਾਤੇ ਹੁਣ ਕੈਂਸਰ ਦੇ ਮਰੀਜ਼ ਬਹੁਤ ਸੰਸਾਰ ਵਿੱਚ ਆ ਰਹੇ ਹੈ, ਤਾਂ ਇਹ ਪਤਾ ਹੈ ਕਿ ਇਹਦੇ ਮੇਨ ਜਿਹੜੇ ਕਾਰਨ ਨੇ, ਵੱਡੇ ਕਾਰਨ ਨੇ ਉਹ ਨੇ ਕਿ ਟੌਕਸਿਕ ਸਬਸਟੈਂਸਿਸ ਜਿਹੜੇ ਹੈ ਉਹ ਸਰੀਰ ਦੇ ਸੈੱਲ ਜਿਹੜੇ ਆ ਨਾਰਮਲ ਉਹਨਾਂ ਨੂੰ ਖਤਮ ਕਰ ਦਿੰਦੇ ਆ ਜਾਂ ਉਹਨਾਂ ਦੀ ਓਵਰ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਨਾਲ ਕਿ ਕੈਂਸਰ ਬਣਦਾ। ਬਹੁਤ ਸਾਲ ਪਹਿਲਾਂ ਰਸਾਇਣਕ ਖੇਤੀ ਸ਼ੁਰੂ ਹੋਈ ਗ੍ਰੀਨ ਰੈਵੋਲੂਸ਼ਨ ਦੇ ਨਾਮ ਦੇ ਹੇਠਾਂ। ਬੜੇ ਸਾਇੰਟਿਸਟਾਂ ਨੇ ਕਾਢ ਕੀਤੀ, ਕਾਰਪੋਰੇਟ ਸਿਸਟਮ ਨੇ ਬੜਾ ਖੁਸ਼ੀ ਮਨਾਈ ਕਿ ਬਹੁਤ ਸਾਰੀ ਝਾੜ ਹੋਵੇਗੀ। ਉਹਦੇ ਲਈ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ ਲੋਕਾਂ ਨੂੰ ਦੱਸਣ ਵਾਸਤੇ। ਕਈ ਸਾਲ ਹੋ ਗਏ ਹੁਣ ਉਸ ਤੋਂ ਬਾਅਦ ਉਹਦੇ ਮਾੜੇ ਰਿਜ਼ਲਟ ਸਾਡੇ ਸਾਹਮਣੇ ਆਉਣ ਲੱਗ ਪਏ ਆ। ਅਪੰਗ ਬੱਚੇ ਬਹੁਤ ਪੈਦਾ ਹੋਣ ਲੱਗ ਪਏ, ਕੈਂਸਰ ਬਹੁਤ ਫੈਲ ਗਿਆ, ਜਮਾਂਦਰੂ ਬਿਮਾਰੀਆਂ ਹੋਣ ਲੱਗ ਪਈਆਂ। ਸਭ ਤੋਂ ਵੱਡਾ ਕਾਰਨ ਜਿਹੜਾ ਹੈ ਅਪੰਗਤਾ ਦਾ, ਡਿਸੇਬਿਲਿਟੀ ਦਾ, ਉਹਦਾ ਕਾਰਨ ਪੈਸਟੀਸਾਈਡ ਹੈ, ਜ਼ਹਿਰੀਲੀ ਦਵਾਈਆਂ ਹਨ ਜਿਹੜੀਆਂ ਅਸੀਂ ਖੇਤਾਂ 'ਚ ਵਰਤਦੇ ਹਾਂ, ਕੀਟਨਾਸ਼ਕ ਦਵਾਈਆਂ, ਨਦੀਨਾਸ਼ਕ ਦਵਾਈਆਂ। ਤਾਂ ਫਿਰ ਇਸ ਤੋਂ ਅਗਲਾ ਗੱਲ ਇਹ ਆਈ ਕਿ ਫਿਰ ਕਿਸ ਤਰ੍ਹਾਂ ਇਹਦੇ ਤੋਂ ਉਪਾਅ ਕੀ ਕੀਤਾ ਜਾਵੇ, ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਵੇ ਕਿ ਸਾਨੂੰ ਇਹ ਜਿਹੜੀ ਚੀਜ਼ ਤੋਂ ਅਸੀਂ ਬਚ ਸਕਦੇ ਹਾਂ ਬਚ ਸਕੀਏ। ਤਾਂ ਖੇਤੀ ਵਿਰਾਸਤ ਮਿਸ਼ਨ ਅਮਰਿੰਦਰ ਦੱਤ ਜੀ
ਸੁਭਾਸ਼ ਪਾਲੇਕਰ ਜੀ ਨੂੰ ਮਹਾਰਾਸ਼ਟਰ ਤੋਂ ਲੈ ਕੇ ਆਏ, ਜਿਨ੍ਹਾਂ ਨੇ 7 ਸਾਲ ਦੀ ਖੋਜ ਕੀਤੀ ਸੀ ਜ਼ੀਰੋ ਬਜਟ ਕੁਦਰਤੀ ਖੇਤੀ ਦੇ ਉੱਤੇ, ਜਿਹਦੇ ਕੋਈ ਖਰਚ ਨਾ ਆਵੇ। ਸਾਨੂੰ ਅਜੇ 1.5-2 ਸਾਲ ਹੀ ਹੋਏ ਨੇ, ਔਰ ਸਾਡੇ ਸਾਹਮਣੇ ਜੋ ਸੁਭਾਸ਼ ਪਾਲੇਕਰ ਜੀ ਕਹਿੰਦੇ ਸਨ ਬਿਨ ਸੱਚ ਨਿਕਲਿਆ। ਅਸੀਂ ਹੈਰਾਨ ਹੀ ਹੋ ਗਏ ਕਿ ਇਹਦੇ ਜਿਹੜੀ ਯੀਲਡ ਸੀ ਉਹ ਵੀ ਬਹੁਤ ਵਧੀਆ, ਤੇ ਜਿਹੜੇ ਸਵਾਦ ਸਬਜ਼ੀ ਦਾ ਉਹ ਵੀ ਬਹੁਤ ਫਰਕ। ਤੇ ਇਹ ਤਾਂ ਸਾਨੂੰ ਪਤਾ ਹੀ ਕਿ ਜਦੋਂ ਕੀਟਨਾਸ਼ਕ ਦਵਾਈਆਂ ਨਹੀਂ ਵਰਤੀਆਂ ਜਾਣਗੀਆਂ ਤਾਂ ਟੌਕਸਿਕ ਜਿਹੜਾ ਉਹਦਾ ਟੌਕਸਿਕ ਇਫੈਕਟ ਹੈ, ਜ਼ਹਿਰੀਲਾ ਇਫੈਕਟ ਹੈ, ਉਹ ਸਾਡੇ ਅੰਦਰ ਨਹੀਂ ਜਾਏਗਾ। ਤਾਂ ਇਹਦੇ ਜਿਹੜੇ ਅਸਲ 'ਚ ਫਾਰਮ ਮੈਂ ਬਣਾਏ ਇਸ ਲਈ ਗਿਆ ਸੀ ਕਿ ਲੋਕ ਕਿਸਾਨ ਆ ਕੇ ਦੇਖਣ, ਤੇ ਉਹ ਦੇਖਣ ਕਿ ਕਿੰਨਾ ਇਹਦਾ ਵਧੀਆ ਨਤੀਜਾ ਹੈ, ਤੇ ਫਿਰ ਉਹ ਆਪ ਇਹ ਖੇਤੀ ਅਪਣਾਉਣ, ਤਾਂ ਕਿ ਅਸੀਂ ਜਗਤ ਨੂੰ ਬਿਮਾਰੀ ਰਹਿਤ ਕਰਨ ਦੀ ਕੋਸ਼ਿਸ਼ ਕਰਨ ਵਿੱਚ ਆਪਣਾ ਹਿੱਸਾ ਪਾ ਸਕੀਏ। ਬੜੀ ਖੁਸ਼ੀ ਹੋਈ ਹੈ ਕਿ ਪੜ੍ਹੇ ਲਿਖੇ ਕਿਸਾਨ ਜਿਹੜੇ ਨੇ ਉਹ ਇਹਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜਾ ਪੈਸਟੀਸਾਈਡ ਦਾ ਅਸਰ ਹੈ ਉਹ ਐਂਡੋਕਰਾਈਨ ਗਲੈਂਡ ਦੇ ਉੱਤੇ, ਜਿਹਦੇ 'ਚ ਬੱਚੇ ਪੈਦਾ ਕਰਨ ਵਾਲੇ ਜਿਹੜੇ ਗਲੈਂਡ ਨੇ ਸਾਡੇ ਸਰੀਰ ਵਿੱਚ, ਓਵਰੀ ਜਾਂ ਆਦਮੀਆਂ ਵਿੱਚ ਰੈਸਟਿਸ ਹੁੰਦੇ ਆ, ਸਪਰਮ, ਉਹਦੀ ਜਿਹੜੀ ਹੈ ਉਹਦੀ ਕੀਟਾਣੂ ਘਟ ਜਾਂਦੇ ਆ, ਬੱਚੇ ਪੈਦਾ ਕਰਨ ਦੀ ਜਿਹੜੀ ਸ਼ਕਤੀ ਆ ਉਹ ਵੀ ਘਟ ਜਾਏਗੀ। ਤੇ ਬਹੁਤ ਸਾਰੇ ਜਿਹੜੇ ਬੱਚੇ ਨੇ ਟਾਈਮ ਤੋਂ ਪਹਿਲਾਂ ਪੈਦਾ ਹੋਣਗੇ, ਅਬੋਰਸ਼ਨਾਂ ਹੋ ਜਾਣਗੀਆਂ, ਬੱਚੇ ਪੈਦਾ ਹੀ ਬਹੁਤ ਘੱਟ ਹੋਣਗੇ, ਜਨਸੰਖਿਆ ਹੀ ਘਟ ਜਾਵੇਗੀ ਬਹੁਤ ਸਪੀਡ ਦੇ ਨਾਲ। ਇਸ ਕਰਕੇ ਸਾਰੀਆਂ ਚੀਜ਼ਾਂ ਤੋਂ ਬਚਾਉਣ ਲਈ ਅਸੀਂ ਇਹ ਲੋਕਾਂ ਨੂੰ ਜਾਗਰਤ ਕਰਨ ਲਈ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ। ਤੇ ਸਾਡੇ ਮਰੀਜ਼, ਭਾਵੇਂ ਲੋਕ ਉਹਨਾਂ ਨੂੰ ਇਹ ਸਮਝਦੇ ਨੇ ਅਨਾਥ ਨੇ, ਭਾਵੇਂ ਉਹ ਅਨਾਥ ਨਹੀਂ, ਕਿਉਂਕਿ ਉਹਨਾਂ ਦੇ ਮਗਰ ਪੰਥ ਖੜਾ, ਕੌਮ ਖੜੀ ਹੈ। ਤੇ ਇਸ ਕਰਕੇ ਉਹ ਮਰੀਜ਼ ਜਿਹੜੇ ਨੇ ਉਹ ਕੀਟਾਣੂ ਰਹਿਤ, ਜ਼ਹਿਰ ਰਹਿਤ ਜਿਹੜੀਆਂ ਸਬਜ਼ੀਆਂ, ਨਦੀਨਨਾਸ਼ਕ ਤੋਂ ਬਿਨਾਂ ਸਬਜ਼ੀਆਂ ਖਾ ਰਹੇ ਨੇ। ਤੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ। ਮੈਂ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਕਿ ਆਪਾਂ ਇਹ ਖੇਤੀ ਅਪਣਾਈਏ ਤੇ ਆਪਣਾ ਪੰਜਾਬ ਨੂੰ ਤੇ ਸਾਰੀ ਦੁਨੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਸਾਡੀਆਂ ਫਸਲਾਂ ਸਿਰਫ 1.5 ਤੋਂ 2% ਖੁਰਾਕ ਧਰਤੀ ਵਿੱਚੋਂ ਲੈਂਦੀਆਂ ਨੇ। ਬਾਕੀ 98 ਤੋਂ 98.5% ਖੁਰਾਕ ਹਵਾ ਤੇ ਪਾਣੀ ਵਿੱਚੋਂ ਮਿਲਦੀ ਹੈ। ਹਰੇ ਪੌਦੇ ਦਿਨ ਭਰ ਖੁਰਾਕ ਦਾ ਨਿਰਮਾਣ ਕਰਦੇ ਰਹਿੰਦੇ ਹਨ। ਇਹ 1.5 ਤੋਂ 2% ਖੁਰਾਕ ਧਰਤੀ ਵਿੱਚ ਹੀ ਮੌਜੂਦ ਹੈ। ਇਸ ਲਈ ਸਾਨੂੰ ਕੋਈ ਰਸਾਇਣਿਕ ਖਾਦ ਪਾਉਣ ਦੀ ਜ਼ਰੂਰਤ ਹੀ ਨਹੀਂ। ਇਸ ਦਾ ਸਭ ਤੋਂ ਵੱਡਾ ਸਬੂਤ ਕੁਦਰਤੀ ਜੰਗਲ ਹਨ, ਜਿੱਥੇ ਹਰ ਇੱਕ ਤਰ੍ਹਾਂ ਦੇ ਫਲ ਤੇ ਫੁੱਲ ਕਿਸੇ ਵੀ ਖਾਦ, ਸਿੰਚਾਈ ਜਾਂ ਦਵਾਈ ਦੀ ਮਦਦ ਤੋਂ ਬਿਨਾਂ ਹੀ ਭਰਪੂਰ ਫਸਲ ਦਿੰਦੇ ਹਨ। ਭੂਮੀ ਵਿੱਚ ਲੋੜੀਂਦੇ ਤੱਤਾਂ ਦੇ ਭੰਡਾਰ ਹਨ, ਪਰ ਕਿਉਂਕਿ ਪੌਦੇ ਦੀਆਂ ਜੜ੍ਹਾਂ ਉਸ ਦੀ ਸਿੱਧੀ ਵਰਤੋਂ ਨਹੀਂ ਕਰ ਸਕਦੀਆਂ, ਜੜ੍ਹਾਂ ਲਈ ਇਹਨਾਂ ਨਾ ਵਰਤਨਯੋਗ ਤੱਤਾਂ ਨੂੰ ਵਰਤਨਯੋਗ ਬਣਾਉਣ ਦਾ ਕੰਮ ਧਰਤੀ ਵਿੱਚ ਪਾਏ ਜਾਂਦੇ ਅਣਗਿਣਤ ਪ੍ਰਕਾਰ ਦੇ ਜੀਵ ਜੰਤੂ ਕਰਦੇ ਹਨ। ਅੱਜ ਅਸੀਂ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਰਾਹੀਂ ਇਹਨਾਂ ਜੀਵ ਜੰਤੂਆਂ ਨੂੰ ਖਤਮ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਸਾਨੂੰ ਰਸਾਇਣਿਕ ਖਾਦਾਂ ਦੀ ਜ਼ਰੂਰਤ ਪੈ ਰਹੀ ਹੈ। ਜੰਗਲ ਵਿੱਚ ਇਹ ਜੀਵ ਜੰਤੂ ਬਹੁਤ ਮਾਤਰਾ ਵਿੱਚ ਹੁੰਦੇ ਹਨ ਤੇ ਨਾ ਵਰਤਨਯੋਗ ਤੱਤਾਂ ਨੂੰ ਵਰਤਨਯੋਗ ਬਣਾਈ ਜਾਂਦੇ ਹਨ। ਇਸ ਕਰਕੇ ਜੰਗਲ ਵਿੱਚ ਕੋਈ ਵੀ ਖਾਦ ਆਦਿ ਪਾਉਣ ਦੀ ਲੋੜ ਨਹੀਂ। ਇਹਨਾਂ ਅਣਗਿਣਤ ਜੀਵ ਜੰਤੂਆਂ ਨੂੰ ਭੂਮੀ ਵਿੱਚ ਪਾ ਕੇ ਆਰੇ ਲਾਉਣ ਦਾ ਕੰਮ ਕਰਦਾ ਹੈ ਸਾਡੀ ਦੇਸੀ ਗਾਂ ਦਾ ਗੋਬਰ, ਜਿਸ ਦੇ 1 ਗ੍ਰਾਮ ਗੋਬਰ ਵਿੱਚ ਲਗਭਗ 300 ਤੋਂ 500 ਕਰੋੜ ਉਪਯੋਗੀ ਜੀਵਾਣੂ ਹੁੰਦੇ ਹਨ। ਗੋਬਰ ਜਿੰਨਾ ਤਾਜ਼ਾ ਹੋਵੇ ਓਨਾ ਹੀ ਚੰਗਾ, ਤੇ ਮੂਤਰ ਜਿੰਨਾ ਪੁਰਾਣਾ ਹੋਵੇ ਬਿਹਤਰ ਹੈ। 30 ਏਕੜ ਜ਼ਮੀਨ ਲਈ 1 ਗਾਂ ਦਾ ਗੋਬਰ ਅਤੇ ਮੂਤਰ ਕਾਫੀ ਹੁੰਦਾ ਹੈ। 1 ਗਾਂ ਦੇ ਹੁੰਦਿਆਂ ਤੁਹਾਨੂੰ ਰਸਾਇਣਿਕ ਖਾਦ ਜਾਂ ਜੈਵਿਕ ਖਾਦ ਵਰਤਣ ਦੀ ਕੋਈ ਲੋੜ ਨਹੀਂ। ਕੁਦਰਤੀ ਖੇਤੀ 4 ਪਹੀਆਂ ਉੱਪਰ ਖੜੀ ਹੈ। ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਆਛਾਦਨ ਜਾਂ ਢਕਣਾ, ਵਾਪਸਾ ਜਾਂ ਵੱਤਰ। ਕਿਸਾਨ ਵੀਰਾਂ ਦੀ ਜਾਣਕਾਰੀ ਵਾਸਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਅਸੀਂ ਖੇਤ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਾਸਤੇ ਗੋਬਰ ਦੀ ਖਾਦ ਕਈ ਟਰਾਲੀਆਂ ਕਈ ਗੱਡੇ ਆਪਣੇ ਖੇਤਾਂ ਦੇ ਵਿੱਚ ਵਰਤਦੇ ਹਾਂ। ਪਿਛਲੇ 2 ਸਾਲ ਪਹਿਲਾਂ ਸਾਡੇ ਪਾਸ ਮਹਾਰਾਸ਼ਟਰ ਤੋਂ ਸੁਭਾਸ਼ ਪਾਲੇਕਰ ਜੀ ਆਏ ਸੀਗੇ, ਅਮਰਿੰਦਰ ਦੱਤ ਜੀ ਰਾਹੀਂ। ਅਸੀਂ ਬਹੁਤ ਸਾਰੇ ਕਿਸਾਨਾਂ ਨੂੰ ਵੀ ਬੁਲਾਇਆ, ਆਪ ਵੀ ਉਹਨਾਂ ਦਾ ਸੈਮੀਨਾਰ ਜਿਹੜਾ ਸੀ ਅਟੈਂਡ ਕੀਤਾ। ਉਹਨਾਂ ਨੇ ਸਾਨੂੰ ਵਿਧੀ ਦੱਸੀ ਕਿ ਇੱਕ ਦੇਸੀ ਗਾਂ, ਸ਼ਾਹੀਵਾਲ ਗਾਂ, ਥਾਰ ਪਾਰਕਰ, ਜਿਹੜੀਆਂ ਸਾਡੀਆਂ ਦੇਸੀ ਵੈਰਾਈਟੀ ਗਾਵਾਂ ਦੀਆਂ,
ਉਹਦਾ 10 ਕੇਜੀ ਗੋਬਰ, 10 ਕੇਜੀ ਪਿਸ਼ਾਬ, ਉਹਦੇ ਵਿੱਚ ਅਸੀਂ 2 ਕਿਲੋ ਦਫਾੜ ਦਾਲਾਂ ਦਾ ਆਟਾ, 2 ਕਿਲੋ ਅਸੀਂ ਗੁੜ ਔਰ ਖੇਤ ਦੇ ਬੰਨੇ ਦੀ 1 ਮੁੱਠ ਮਿੱਟੀ ਲੈ ਕੇ ਇਹਨੂੰ ਅਸੀਂ 48 ਤੋਂ 72 ਘੰਟੇ ਛਾਵੇਂ ਮਿਕਸ ਕਰਕੇ ਦਿਹਾੜੀ ਦੇ ਵਿੱਚ ਅਸੀਂ ਇੱਕ ਦਿਨ ਦੇ ਵਿੱਚ ਯਾਨੀ 2 ਵਾਰ ਉਹਨੂੰ ਕਿਸੇ ਡੰਡੇ ਦੇ ਨਾਲ ਹਿਲਾ ਦਈਏ, ਕਿਉਂਕਿ ਉਹਦੇ ਵਿੱਚ ਆਕਸੀਜਨ ਵੀ ਮਿਕਸ ਹੋਵੇ ਔਰ ਇਹ ਸਾਡੀ ਜਿਹੜੀ ਫਰਟੀਲਾਈਜ਼ਰ ਆ ਬੜੀ ਅੱਛੀ ਤਿਆਰ ਹੋ ਜਾਂਦੀ ਆ। ਇਹ ਜਿਹੜੀ ਫਰਟੀਲਾਈਜ਼ਰ ਆ ਅਸੀਂ ਇਹਨੂੰ ਪਹਿਲਾਂ ਫਸਲ ਬੀਜਣ ਤੋਂ 15 ਦਿਨ ਦੇ ਵਿੱਚ, ਫਿਰ 30 ਦਿਨ ਦੇ ਵਿੱਚ, ਫਿਰ 45 ਦਿਨ ਦੇ ਵਿੱਚ ਖੇਤ ਦੇ ਵਿੱਚ ਪਾਣੀ ਰਾਹੀਂ ਵੀ ਅਸੀਂ ਪਾਉਂਦੇ ਹਾਂ ਔਰ ਇਹ ਵਿਧੀ ਬੜੀ ਕਾਮਯਾਬ ਆ। ਸੁਭਾਸ਼ ਪਾਲਕਰ ਜੀ ਦੇ ਅਸੀਂ ਸਾਰੇ ਬੜੇ ਧੰਨਵਾਦੀ ਹਾਂ ਕਿ ਸਾਨੂੰ ਇੰਨੀ ਆਸਾਨ ਵਿਧੀ ਔਰ ਇੰਨੀ ਸੌਖੀ, ਜਿਹਦਾ ਕੋਈ ਵੀ ਮਤਲਬ ਨੁਕਸਾਨ ਨਹੀਂ ਫਸਲ ਨੂੰ, ਜਿਹੜੇ ਜ਼ਹਿਰ ਛਿੜਕ ਰਹੇ ਹਾਂ ਜਾਂ ਅਸੀਂ ਜਿਹੜੀਆਂ ਫਰਟੀਲਾਈਜ਼ਰ ਵਰਤਦੇ ਰਹੇ ਹਾਂ, ਇਹਦਾ ਬਹੁਤ ਬੁਰਾ ਅਸਰ ਜਿਹੜਾ ਆ ਉਹ ਸਾਡੇ ਅਨਾਜ ਦੇ ਉੱਤੇ, ਸਬਜ਼ੀਆਂ ਦੇ ਉੱਤੇ ਪੈ ਰਿਹਾ ਆ। ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਅਸੀਂ ਪਿੰਗਲਵਾੜਾ ਫਾਰਮ ਤੇ ਅਸੀਂ ਇਹ ਵਿਧੀ ਜਿਹੜੀ ਆ ਅਪਣਾਈ ਹੋਈ ਆ ਔਰ ਇਹ ਬਹੁਤ ਕਾਮਯਾਬ ਆ। ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇਹ ਟਰਾਲੀ, ਜਿਹਦੇ ਵਿੱਚ ਅਸੀਂ ਗਾਵਾਂ ਦਾ ਜਿੰਨਾ ਪਿਸ਼ਾਬ ਸੀਗਾ ਉਹਨੂੰ ਸਾਰਾ ਇਕੱਠਾ ਕਰਕੇ ਇੱਥੇ ਲੈ ਆਉਂਦੇ ਆ। ਉੱਥੇ ਹੌਦੀਆਂ ਬਣਾਈਆਂ ਹੋਈਆਂ, ਉਹਨਾਂ ਹੌਦੀਆਂ ਤੋਂ ਅਸੀਂ 1 ਹਾਰਸ ਪਾਵਰ ਦੀ ਮੋਟਰ ਰਾਹੀਂ ਜਦੋਂ ਪਾਣੀ ਲਾਉਂਦੇ ਆ ਆਪਣੇ ਖੇਤਾਂ ਦੇ ਵਿੱਚ ਮਿਕਸ ਕਰ ਦਿੰਦੇ ਆ। ਔਰ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਦਾ ਹਾਂ ਕਿ ਇਹਦੇ ਵਿੱਚ ਪੋਟਾਸ਼ ਦੀ ਮਾਤਰਾ 100% ਆ, ਨਾਈਟ੍ਰੋਜਨ ਦੀ ਮਾਤਰਾ ਇਹਦੇ ਵਿੱਚ 50% ਆ ਔਰ ਇਹ ਜਿੰਨੇ ਵੀ ਬਾਕੀ ਦੇ ਤੱਤ ਖੇਤ ਨੂੰ, ਫਸਲ ਨੂੰ ਲੋੜੀਂਦੇ ਆ ਉਹ ਸਾਰੇ ਇਹਦੇ ਵਿੱਚ ਮਿਲਦੇ ਆ। ਔਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਵਿਧੀ ਨੂੰ ਅਪਣਾਓ ਤਾਂ ਕਿ ਅਸੀਂ ਲੋਕਾਂ ਨੂੰ ਸ਼ੁੱਧ ਸਬਜ਼ੀਆਂ, ਸ਼ੁੱਧ ਜਿਹੜੀ ਖੁਰਾਕ ਆ, ਮੱਕੀ ਆ, ਕਣਕ ਆ, ਝੋਨਾ ਆ, ਉਹ ਦੇ ਸਕੀਏ। ਜੀਵ ਅੰਮ੍ਰਿਤ ਵਿਧੀ ਦੀ ਵਰਤੋਂ ਤੋਂ ਬਾਅਦ ਗੋਬਰ ਖਾਦ ਦੀ ਜ਼ਿਆਦਾ ਲੋੜ ਨਹੀਂ ਰਹਿੰਦੀ, ਕਿਉਂਕਿ ਸਾਰੇ ਲੋੜੀਂਦੇ ਤੱਤ ਜੀਵ ਅੰਮ੍ਰਿਤ ਵਿੱਚੋਂ ਉਚਿਤ ਮਾਤਰਾ ਵਿੱਚ ਮਿਲ ਜਾਂਦੇ ਹਨ। ਦੇਸੀ ਗਾਂ ਦਾ ਗੋਬਰ ਖਾਦ ਨਹੀਂ, ਜਾਗ ਹੈ। ਇਹ 10 ਕਿਲੋ ਪ੍ਰਤੀ ਏਕੜ ਹੀ ਕਾਫੀ ਹੈ। ਤੁਸੀਂ ਗੋਬਰ ਖਾਦ ਵਿੱਚ ਥੋੜਾ ਬੀਜ ਅੰਮ੍ਰਿਤ ਪਾ ਕੇ ਗਾੜੇ ਰੂਪ ਵਿੱਚ ਹੀ ਬਿਜਾਈ ਦੇ ਨਾਲ ਪਾ ਸਕਦੇ ਹੋ। ਜਿਹੜਾ ਕੀੜੇ ਮਾਰ ਦਵਾਈਆਂ ਲੋਕ ਛਿੜਕਦੇ ਨੇ, ਕਿਸਾਨ ਵੀਰ ਛਿੜਕਦੇ ਆ, ਉਹਨਾਂ ਦਾ ਵੀ ਬਦਲ ਸਾਨੂੰ ਉਹਨਾਂ ਦੱਸਿਆ ਕਿ ਤੁਸੀਂ ਉਹਦੇ ਵਿੱਚ ਗਾਂ ਦਾ ਪਿਸ਼ਾਬ, ਗਾਂ ਦਾ ਗੋਬਰ ਔਰ ਉਹਦੇ ਵਿੱਚ ਤੁਸੀਂ ਹਰੀ ਮਿਰਚ 2 ਕੇਜੀ ਔਰ ਉਹਦੇ ਵਿੱਚ ਤੁਸੀਂ 1.5 ਕੇਜੀ ਲਸਣ ਔਰ 5 ਕਿਲੋ ਨਿੰਮ ਦੇ ਪੱਤੇ, ਇਹਨਾਂ ਨੂੰ ਥੋੜਾ ਜਿਹਾ ਕੁੱਟ ਕੇ ਪਾਣੀ ਦੇ ਵਿੱਚ 2 ਉਬਾਲੇ ਦਵਾ ਕੇ 2 ਉਬਾਲਿਆਂ ਤੋਂ ਬਾਅਦ ਤੁਸੀਂ ਇਹ ਠੰਡਾ ਕਰਕੇ ਖੇਤ ਦੇ ਵਿੱਚ ਇਹਦਾ ਜਿਹੜਾ ਸਪਰੇਅ ਆ ਉਹਦੇ ਵਿੱਚ ਤੁਸੀਂ 100-120 ਲੀਟਰ ਪਾਣੀ ਮਿਲਾ ਕੇ ਸਪਰੇਅ ਕਰੋ। ਉਹ ਜਿਹੜੇ ਕੀੜੇ ਨੇ ਜਿਹੜੇ ਸਬਜ਼ੀ ਨੂੰ ਖਾਂਦੇ ਆ, ਉਹ ਕੀੜੇ ਜਿਹੜੇ ਆ ਉਹ ਖੇਤ ਦੇ ਵਿੱਚ ਨਹੀਂ ਰਹਿਣਗੇ ਔਰ ਇਹ ਵਿਧੀ ਅਸੀਂ ਪਿਛਲੇ ਸਮੇਂ 'ਚ ਅਪਣਾਈ ਆ। ਬਿਜਾਈ ਕਰਨ ਤੋਂ ਪਹਿਲਾਂ ਬੀਜਾਂ ਨੂੰ ਸੋਧਣਾ ਜ਼ਰੂਰੀ ਹੈ। ਬੀਜ ਅੰਮ੍ਰਿਤ ਬਣਾਉਣ ਲਈ ਦੇਸੀ ਗਾਂ ਦਾ ਗੋਬਰ 5 ਕਿਲੋ, ਗਊ ਮੂਤਰ 5 ਲੀਟਰ, ਚੂਨਾ ਜਾਂ ਕਲੀ 250 ਗ੍ਰਾਮ ਅਤੇ ਪਾਣੀ 20 ਲੀਟਰ। ਇਹਨਾਂ ਚੀਜ਼ਾਂ ਨੂੰ ਘੋਲ ਕੇ 24 ਘੰਟੇ ਰੱਖੋ ਤੇ ਦਿਨ ਵਿੱਚ 2 ਵਾਰ ਲੱਕੜੀ ਨਾਲ ਹਿਲਾਓ। ਬੀਜਾਂ ਨੂੰ ਇਸ ਘੋਲ ਵਿੱਚ ਪਾ ਕੇ ਸੋਧੋ ਤੇ ਫਿਰ ਛਾਂ ਵਿੱਚ ਸੁਕਾ ਲਓ। 1 ਗ੍ਰਾਮ ਜੀਵ ਅੰਮ੍ਰਿਤ ਵਿੱਚ 500 ਕਰੋੜ ਸੂਖਮ ਜੀਵਾਣੂ ਹੁੰਦੇ ਹਨ, ਜੋ ਕਿ ਸਾਰੇ ਪੌਦਿਆਂ ਲਈ ਖੁਰਾਕ ਪਕਾਉਣ ਵਾਲੇ ਹੁੰਦੇ ਹਨ। ਬੀਜ ਅੰਮ੍ਰਿਤ ਨਾਲ ਸੋਧੇ ਬੀਜ ਜਲਦੀ ਤੇ ਜ਼ਿਆਦਾ ਮਾਤਰਾ ਵਿੱਚ ਉੱਗਦੇ ਹਨ। ਜੜ੍ਹਾਂ ਵੀ ਤੇਜ਼ੀ ਨਾਲ ਵਧਦੀਆਂ ਹਨ। ਭੂਮੀ ਵਿੱਚੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਤੇ ਪੌਦੇ ਚੰਗੀ ਤਰ੍ਹਾਂ ਵੱਧਦੇ ਫੁੱਲਦੇ ਹਨ। ਕੇਲੇ ਦੇ ਕੰਦ ਤੇ ਗੰਨੇ ਦੀਆਂ ਗੱਠਾਂ ਲਾਉਣ ਤੋਂ ਪਹਿਲਾਂ ਬੀਜ ਅੰਮ੍ਰਿਤ ਵਿੱਚ ਡੁਬੋ ਕੇ ਤੁਰੰਤ ਲਗਾ ਦੇਣੇ ਚਾਹੀਦੇ ਹਨ। ਜੇਕਰ ਜੀਰੀ, ਪਿਆਜ਼, ਬੈਂਗਨ, ਟਮਾਟਰ ਆਦਿ ਦੀ ਪਨੀਰੀ ਲਗਾਉਣੀ ਹੈ ਤਾਂ ਉਹਨਾਂ ਦੀਆਂ ਜੜ੍ਹਾਂ ਬੀਜ ਅੰਮ੍ਰਿਤ ਵਿੱਚ ਡੁਬੋ ਕੇ ਲਗਾ ਦਿਓ। ਬੀਜਾਂ ਦੀ ਗੱਲ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ। ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਪੁਰਾਤਨ ਬੀਜ, ਜਿਨ੍ਹਾਂ ਨੂੰ ਅਸੀਂ ਦੇਸੀ ਬੀਜ ਕਹਿ ਦਿੰਦੇ ਸੀ, ਅਸੀਂ ਬੀਜਦੇ ਸੀ, ਜਿਨ੍ਹਾਂ ਦੀ ਅੱਛੀ ਫੂਡ ਵੈਲਿਊ ਸੀਗੀ। ਫਿਰ ਅਸੀਂ ਸੋਧੇ ਹੋਏ ਬੀਜ ਬੀਜਣੇ ਸ਼ੁਰੂ ਕਰ ਦਿੱਤੇ, ਰਸਾਇਣਿਕ ਖਾਦਾਂ ਪਾ ਕੇ, ਲੋੜ ਤੋਂ ਜ਼ਿਆਦਾ ਖਾਦਾਂ ਦੇ ਕੇ। ਉਸ ਤੋਂ ਬਾਅਦ ਸੰਕਰ ਬੀਜ ਜਿਹੜੇ ਸੀ ਉਹ ਆ ਗਏ। ਇਸ ਤੋਂ ਵੀ ਬਾਅਦ ਜਿਹੜੇ BT ਬੀਜ ਆਏ ਆ, ਜਿਵੇਂ BT ਬੈਂਗਣ ਆ ਰਿਹਾ ਆ, BT ਕਾਟਨ ਆ ਰਿਹਾ ਆ। ਕਾਟਨ ਦਾ ਜਿਹੜਾ ਜ਼ਿਆਦਾ ਕਾਰੋਬਾਰ ਕਿਸਾਨ ਵੀਰ ਕਰਦੇ ਆ, ਖੇਤੀ ਕਰਦੇ ਆ, ਉਹ ਮਾਲਵਾ ਬੈਲਟ ਦੇ ਵਿੱਚ ਕਰਦੇ ਆ। ਮਾਲਵਾ ਬੈਲਟ ਦੇ ਵਿੱਚ ਉਹਨਾਂ ਦੀਆਂ ਸਿਟੀਆਂ ਦੇ ਨਾਲ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਚਮੜੀ ਦੇ ਰੋਗ ਸੀਗੇ ਉਹ ਹੋ ਗਏ
ਔਰ ਅਸੀਂ ਪਿਛਲੇ ਸਮੇਂ ਦੇ ਵਿੱਚ ਅਮਰਿੰਦਰ ਦੱਤ ਜੀ ਨਾਲ ਕੁਝ ਘਰਾਂ ਦੇ ਵਿੱਚ ਜਾ ਕੇ ਮਾਲਵਾ ਬੈਲਟ ਦੇ ਵਿੱਚ ਵੇਖਿਆ ਔਰ ਇੱਥੇ ਬੱਸ ਨਹੀਂ ਜਿਹੜੀ ਬੀਕਾਨੇਰ ਟ੍ਰੇਨ ਜਾਂਦੀ ਆ ਲੋਕਾਂ ਨੇ ਸਾਡੇ ਵੀਰਾਂ ਨੇ ਉਹਦਾ ਨਾਂ ਕੈਂਸਰ ਟ੍ਰੇਨ ਜਿਹੜਾ ਆ ਉਹ ਰੱਖ ਦਿੱਤਾ ਆ। ਬੜੀ ਹੀ ਖਤਰਨਾਕ ਗੱਲ ਆ ਕਿ ਇਹ ਜਿਹੜੀ ਸਾਡੀ ਫੂਡ ਆ ਇਹ ਦਿਨ ਬ ਦਿਨ ਸਾਡੀਆਂ ਗਲਤੀਆਂ ਕਰਕੇ ਖਰਾਬ ਹੋ ਰਹੀ ਆ ਔਰ ਸਾਨੂੰ ਜਨਤਾ ਨੂੰ ਇਹ ਨੁਕਸਾਨ ਪਹੁੰਚਾ ਰਹੀ। ਜ਼ਮੀਨ ਅੰਦਰਲੇ ਗੰਡੋਏ ਤੇ ਹੋਰ ਜੀਵ ਜੰਤੂ ਤਾਂ ਹੀ ਕੰਮ ਕਰਦੇ ਹਨ ਜੇ ਜ਼ਮੀਨ ਦੀ ਉੱਪਰਲੀ ਸਤਹ ਵਿੱਚ 25 ਤੋਂ 32 ਡਿਗਰੀ ਸੈਲਸੀਅਸ ਤਾਪਮਾਨ ਹੋਵੇ, 65 ਤੋਂ 72% ਨਮੀ ਹੋਵੇ ਤੇ ਭੂਮੀ ਅੰਦਰ ਹਨੇਰਾ ਤੇ ਸ਼ਾਂਤੀ ਹੋਵੇ। ਅਨੁਛਾਦਨ ਜਾਂ ਢੱਕਣਾ ਵੀ ਪੌਦੇ ਨੂੰ ਖੁਰਾਕ ਦਿੰਦਾ ਬਹੁਤ ਜ਼ਰੂਰੀ ਆ। ਜਿਵੇਂ ਕਿ ਪੌਦੇ ਨੂੰ ਉਹਦੀ ਗਰੋਥ ਨੂੰ ਵਧਣ ਵਾਸਤੇ 25 ਤੋਂ 32 ਡਿਗਰੀ ਤਾਪਮਾਨ ਦੀ ਜ਼ਰੂਰਤ ਹੁੰਦੀ ਆ ਔਰ 65 ਤੋਂ 72 ਡਿਗਰੀ ਜਿਹੜੇ ਆ ਉਹਨੂੰ ਨਮੀ ਦੀ ਜ਼ਰੂਰਤ ਹੁੰਦੀ ਆ। ਇਹ ਜਿਹੜੀ ਨਮੀ ਤੇ ਤਾਪਮਾਨ ਆ ਇਹਨੂੰ ਅਸੀਂ ਪੈਦਾ ਕਰਨ ਵਾਸਤੇ ਸਾਡੇ ਕੋਲ ਜਿਹੜਾ ਫालतू ਘਾਹ ਫੂਸ ਆ ਜਾਂ ਪਰਾਲੀ ਆ ਜਾਂ ਅਸੀਂ ਗੋਡੀ ਦੁਆਰਾ ਮਿੱਟੀ ਦੇ ਨਾਲ ਹੀ ਉਹਨੂੰ ਅਸੀਂ ਜਿਹੜਾ ਉਹ ਢੱਕ ਸਕਦੇ ਆ ਔਰ ਇਹਦੇ ਨਾਲ ਜਿਹੜਾ ਟੈਂਪਰੇਚਰ ਆ ਉਹ ਬਰਾਬਰ ਰਹੇਗਾ। ਇਹਦੇ ਨਾਲ ਜਿਹੜੇ ਹੋਰ ਫालतू ਵੀਡਸ ਆ ਉਹ ਵੀ ਨਹੀਂ ਨਿਕਲਣਗੇ ਔਰ ਪੌਦੇ ਨੂੰ ਜਿਹੜੀ ਆ ਉਹ ਸਿੱਲ ਮਿਲਦੀ ਰਹੇਗੀ। ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਮਿੱਟੀ ਦੁਆਰਾ ਢੱਕਿਆ ਹੋਇਆ, ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਉਹਨੂੰ ਪਰਾਲੀ ਦੇ ਨਾਲ ਢੱਕਿਆ ਹੋਇਆ ਆ। ਤੇ ਇਹ ਜਿਹੜਾ ਫालतू ਸਾਡੇ ਕੋਲ ਬਾਇਓਮਾਸ ਆ ਇਹਦੇ ਵਰਤੋਂ ਦੇ ਨਾਲ ਹੀ ਖੇਤੀ ਦੀ ਉਪਜਾਊ ਸ਼ਕਤੀ, ਜਿਹੜੇ ਜੀਵਾਣੂ ਜਿਹੜੇ ਸਾਡੇ ਮਿੱਤਰ ਕੀੜੇ ਨੀਚੇ ਗਏ ਹੋਏ ਆ ਉਹ ਜਦੋਂ ਉਹਨਾਂ ਨੂੰ ਇੱਕ ਪ੍ਰੋਪਰ ਟੈਂਪਰੇਚਰ ਮਿਲਦਾ ਆ ਤੇ ਉਹ ਉੱਪਰ ਆਉਂਦੇ ਆ। ਉੱਪਰ ਆਣ ਕੇ ਬੂਟੇ ਦੀ ਗਰੋਥ ਦੇ ਵਿੱਚ, ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਉਹ ਸਾਡੀ ਜਿਹੜੀ ਆ ਉਹ ਹੈਲਪ ਕਰਦੇ ਆ। ਇਸ ਕਰਕੇ ਅਨੁਛਾਦਨਾ ਢੱਕਣਾ ਜਿਹੜਾ ਆ ਬਹੁਤ ਜ਼ਰੂਰੀ ਆ। ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਆ ਕਿ ਤੁਹਾਡੇ ਕੋਲ ਬਹੁਤ ਸਾਰਾ ਫालतू ਘਾਹ ਫੂਸ ਪਰਾਲੀ ਔਰ ਜਿਹੜਾ ਤੁਸੀਂ ਕਮਾਦ ਕੱਢਿਆ ਉਹਦਾ ਚੂਰਾ ਪਿਆ ਹੁੰਦਾ, ਉਹਦੇ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਬਹੁਤ ਹੁੰਦੀ ਆ। ਇਹ ਸਾਰਾ ਕੁਝ ਜਿਹੜਾ ਜੇ ਤੁਹਾਡੇ ਕੋਲ ਇੰਨੀ ਮਾਤਰਾ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਖੇਲਾਂ ਦੇ ਵਿੱਚ ਉਹਨੂੰ ਨਹੀਂ ਪਾਉਂਦੇ, ਜੇ ਅਸੀਂ ਉਹਦਾ ਰਿਜ਼ਲਟ ਅੱਛਾ ਲੈਣਾ ਆ, ਆਪਣੇ ਜਿਹੜੀ ਫਸਲ ਦਾ ਝਾੜ ਅੱਛਾ ਲੈਣਾ ਤੇ ਢੱਕਣਾ ਅਨੁਛਾਦਨ ਜਿਹੜਾ ਆ ਇਹ ਬਹੁਤ ਹੀ ਜ਼ਰੂਰੀ ਹੈ। ਵਾਫਸਾ ਮਤਲਬ ਭੂਮੀ ਵਿੱਚ ਮਿੱਟੀ ਦੇ ਕਣਾਂ ਦੇ ਵਿਚਾਲੇ ਜੋ ਖਾਲੀ ਜਗ੍ਹਾ ਹੁੰਦੀ ਹੈ ਉਸ ਵਿੱਚ ਹਵਾ ਤੇ ਵਾਸ਼ਪ ਕਣਾਂ ਦਾ ਮਿਸ਼ਰਣ। ਪੌਦੇ ਦੀਆਂ ਜੜ੍ਹਾਂ ਭੂਮੀ ਵਿੱਚੋਂ ਪਾਣੀ ਨਹੀਂ ਬਲਕਿ ਵਾਸ਼ਪ ਦੇ ਕਣ ਲੈਂਦੀਆਂ ਹਨ। ਵਾਸਪਾ ਨਮੀ ਪੌਦੇ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਸਾਡੇ ਪੇੜ ਪੌਦੇ ਆ ਇਹ ਵਾਸਪਾ ਦੁਆਰਾ ਹੀ ਖੁਰਾਕ ਜਿਹੜੀ ਆ ਇਹ ਆਪਣੀ ਲੈਂਦੇ ਆ। 50% ਇਹਦੇ ਵਿੱਚ ਨਮੀ ਚਾਹੀਦੀ ਆ ਔਰ 50% ਹੀ ਇਹਦੇ ਵਿੱਚ ਹਵਾ ਜਿਹੜੀ ਆ ਉਹ ਜਾਣੀ ਚਾਹੀਦੀ ਆ। ਪੌਦੇ ਦੀਆਂ ਜੜ੍ਹਾਂ ਜਿਹੜੀਆਂ ਆ ਇਹ ਬਿਲਕੁਲ ਪਾਣੀ ਨਹੀਂ ਲੈਂਦੀਆਂ, ਇਹ ਨਮੀ ਲੈਂਦੀਆਂ। ਇਸ ਕਰਕੇ ਸਾਨੂੰ ਲੋੜ ਅਨੁਸਾਰ ਹੀ ਪਾਣੀ ਜਿਹੜਾ ਉਹ ਪੌਦੇ ਨੂੰ ਬੜੀ ਘੱਟ ਮਾਤਰਾ ਦੇ ਵਿੱਚ ਲਾਉਣਾ ਚਾਹੀਦਾ, ਉਹਨਾਂ ਹੀ ਪਾਣੀ ਲਾਉਣਾ ਚਾਹੀਦਾ ਜਿਹਦੇ ਰਾਹੀਂ ਅਸੀਂ ਜਿਹੜੀ ਮਿੱਟੀ ਆ ਉਹਦੇ ਵਿੱਚ ਜਿਹੜੀ ਨਮੀ ਆ ਉਹ ਰਹਿ ਸਕੇ ਔਰ ਉਹਦੇ ਵਿੱਚ 50% ਜਿਹੜੀ ਆ ਉਹ ਜਿਹੜੀ ਆਕਸੀਜਨ ਆ ਹਵਾ ਜਿਹੜੀ ਆ ਉਹ ਰਹਿ ਸਕੇ। ਕਿਉਂਕਿ ਪੌਦੇ ਦੀ ਉਪਜਾਊ ਸ਼ਕਤੀ ਜਿਹੜੇ ਉਹ ਜੀਵਾਣੂ ਆ ਜਿਹੜੇ ਇਹਦੇ ਮਿੱਤਰ ਨੇ, ਜਿਹੜੇ ਸਾਡੇ ਮਿੱਤਰ ਨੇ, ਉਹ ਜਿੰਦਾ ਜਿਹੜੇ ਰਹਿ ਸਕਣ ਔਰ ਆਪਣਾ ਕੰਮ ਜਿਹੜਾ ਆਸਾਨੀ ਦੇ ਨਾਲ ਪੌਦੇ ਦੇ ਕੋਲ ਆਣ ਕੇ ਕਰ ਸਕਣ। ਫਲਦਾਰ ਪੌਦਿਆਂ ਦੀ ਕੋਈ ਵੀ ਉਮਰ ਹੋਵੇ, ਉਹਨਾਂ ਉੱਪਰ 20 ਤੋਂ 30 ਲੀਟਰ ਜੀਵ ਅੰਮ੍ਰਿਤ 200 ਲੀਟਰ ਪਾਣੀ ਵਿੱਚ ਘੋਲ ਕੇ ਮਹੀਨੇ ਵਿੱਚ ਇੱਕ ਵਾਰੀ ਛਿੜਕਾਅ ਕਰਨਾ ਚਾਹੀਦਾ ਹੈ। ਫਲ ਪੱਕਣ ਤੋਂ 2 ਮਹੀਨੇ ਪਹਿਲਾਂ 200 ਲੀਟਰ ਪਾਣੀ ਵਿੱਚ 2 ਲੀਟਰ ਨਾਰੀਅਲ ਦਾ ਪਾਣੀ ਪਾ ਕੇ ਛਿੜਕਾਅ ਕਰੋ। ਇਸ ਤੋਂ 15 ਦਿਨ ਬਾਅਦ 200 ਲੀਟਰ ਪਾਣੀ ਵਿੱਚ 6 ਲੀਟਰ ਖੱਟੀ ਲੱਸੀ ਪਾ ਕੇ ਛਿੜਕਾਅ ਕਰੋ। ਜਿਸ ਖੇਤ ਦੇ ਵਿੱਚ ਅਸੀਂ ਖੜੇ ਹਾਂ ਇਸ ਖੇਤ ਦੇ ਕੁਝ ਹਿੱਸੇ ਦੇ ਵਿੱਚ ਅਸੀਂ ਹਿਮਾਚਲ ਪ੍ਰਦੇਸ਼ ਤੋਂ ਸਟ੍ਰਾਬੇਰੀ ਦੀਆਂ ਜੜ੍ਹਾਂ ਮੰਗਾ ਕੇ ਸਟ੍ਰਾਬੇਰੀ ਦੀ ਜਿਹੜੀ ਫਸਲ ਸੀ, ਫਰੂਟ ਸੀ, ਉਹ ਲਾਇਆ ਹੋਇਆ ਆ। ਇਹਨੂੰ ਇੱਕ ਨਾਰਮਲ ਟੈਂਪਰੇਚਰ ਚਾਹੀਦਾ ਆ, ਇਹਨੂੰ ਗਰਮੀ ਘੱਟ ਚਾਹੀਦੀ ਆ। ਪਹਾੜੀ ਏਰੀਆ ਦੀ ਫਸਲ ਆ ਤੇ ਇਹਦੇ ਬੰਨਿਆਂ ਦੇ ਉੱਤੇ ਅਸੀਂ ਹਰ ਤੇ ਲੋਬੀਆ ਦੀ ਫਸਲ ਬੀਜੀ ਹੋਈ ਆ ਕਿਉਂਕਿ ਇਹ ਜਿਹੜਾ ਹਰ ਤੇ ਲੋਬੀਆ ਆ ਇਹਦੀਆਂ ਜੜ੍ਹਾਂ ਦੇ ਵਿੱਚ ਨਾਈਟ੍ਰੋਜਨ ਪੈਦਾ ਹੁੰਦੀ ਆ। ਇਹ ਟੈਂਪਰੇਚਰ ਤਾਂ ਨਾਰਮਲ ਰੱਖੇਗਾ ਹੀ, ਦੂਸਰਾ ਇਹ ਨਾਈਟ੍ਰੋਜਨ ਵੀ ਦੇਵੇਗਾ। ਆਪ ਜੀ ਦੀ ਜਾਣਕਾਰੀ ਵਾਸਤੇ ਜਿੰਨੀਆਂ ਵੀ ਫਲੀਦਾਰ ਫਸਲਾਂ ਨੇ ਇਹ ਦੂਜੀਆਂ ਫਸਲਾਂ ਵਾਸਤੇ ਨਾਈਟ੍ਰੋਜਨ ਜਿਹੜੀ ਆ ਸਾਡੇ ਖੇਤਾਂ ਦੇ ਵਿੱਚ ਪੈਦਾ ਕਰਦੀ ਆ। ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜੀਆਂ ਫਸਲਾਂ ਅਸੀਂ ਝੋਨੇ ਤੋਂ ਬਿਨਾਂ ਦੂਜੀਆਂ ਫਸਲਾਂ ਬੀਜਦੇ ਆ ਜਿਵੇਂ ਕਮਾਦ ਆ, ਮੱਕੀ ਆ, ਪਸ਼ੂਆਂ ਦਾ ਚਾਰਾ ਆ,
ਬਾਕੀ ਜਿੰਨੀਆਂ ਵੀ ਫਸਲਾਂ ਉਹਨਾਂ ਦੇ ਬੰਨੇ ਦੇ ਉੱਤੇ ਸਾਨੂੰ ਇਹ ਜਿਹੜੀਆਂ ਫਲੀਦਾਰ ਫਸਲਾਂ ਆ, ਜਿਵੇਂ ਹਰ ਆ, ਲੋਬੀਆ ਆ, ਜਿਹੜਾ ਆਪ ਜੀ ਦੇ ਸਾਹਮਣੇ ਮੈਂ ਫਲੀਆਂ ਦਿਖਾ ਰਿਹਾ ਆ, ਇਹ ਨਾਈਟ੍ਰੋਜਨ ਪੈਦਾ ਕਰਦੀਆਂ। ਦੂਸਰਾ ਇਹਨਾਂ ਦੀ ਬੜੀ ਅੱਛੀ ਫੂਡ ਵੈਲਿਊ ਆ, ਸਾਡੇ ਖਾਣ ਦੇ ਕੰਮ ਆਉਂਦੇ ਆ, ਸਾਡੇ ਪਸ਼ੂਆਂ ਦੇ ਚਾਰੇ ਵਾਸਤੇ ਵੀ ਇਹ ਸਭ ਤੋਂ ਵਧੀਆ ਜਿਹੜੀ ਫੀਡ ਆ ਇਹ ਸਾਨੂੰ ਮਿਲਦੀ ਹੈ। ਦੁਨੀਆ ਭਰ ਵਿੱਚ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਭਿਆਨਕ ਅਸਰਾਂ ਬਾਰੇ ਜਾਣਕਾਰੀ ਹੋ ਚੁੱਕੀ ਹੈ। ਜੈਵਿਕ ਖੇਤੀ ਵੱਲ ਰੁਝਾਨ ਦਿਨ ਬ ਦਿਨ ਵੱਧ ਰਿਹਾ, ਪਰ ਕੁਦਰਤੀ ਖੇਤੀ ਤਾਂ ਜੈਵਿਕ ਖੇਤੀ ਤੋਂ ਵੀ ਉੱਤਮ ਹੈ, ਕਿਉਂਕਿ ਜੈਵਿਕ ਖਾਦਾਂ ਕਾਫੀ ਮਾਤਰਾ ਵਿੱਚ ਮੌਜੂਦ ਨਹੀਂ ਹਨ ਤੇ ਇਸ ਦੀ ਕੀਮਤ ਵੀ ਰਸਾਇਣਿਕ ਖਾਦਾਂ ਤੋਂ ਘੱਟ ਨਹੀਂ। ਇਸ ਲਈ ਕਿਸਾਨ ਫੇਰ ਕਰਜ਼ਿਆਂ ਦੀ ਲਪੇਟ ਵਿੱਚ ਆ ਸਕਦਾ ਹੈ। ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ ਕੁਦਰਤੀ ਖੇਤੀ, ਕਿਉਂਕਿ ਕਿਸਾਨ ਉਹੀ ਸਾਧਨ ਤੇ ਸਮੱਗਰੀ ਵਰਤਦਾ ਹੈ ਜੋ ਉਸ ਕੋਲ ਮੌਜੂਦ ਹਨ। ਉਸ ਨੂੰ ਕਿਸੇ ਵੀ ਚੀਜ਼ ਵਾਸਤੇ ਬਾਜ਼ਾਰ ਜਾਣ ਦੀ ਜ਼ਰੂਰਤ ਹੀ ਨਹੀਂ। ਇਸ ਲਈ ਕੁਦਰਤੀ ਖੇਤੀ ਨੂੰ ਜ਼ੀਰੋ ਬਜਟ ਖੇਤੀ ਵੀ ਕਿਹਾ ਜਾਂਦਾ ਹੈ, ਪਰ ਇਸ ਲਈ ਜ਼ਰੂਰਤ ਹੈ ਮਿਹਨਤ ਦੀ। ਕੀ ਅਸੀਂ ਅੱਜ ਆਪਣੇ ਬਹਾਦਰੀ, ਜ਼ਿੰਦਾਦਿਲੀ ਤੇ ਮਿਹਨਤ ਦੇ ਸੰਸਕਾਰਾਂ ਨੂੰ ਮੁੜ ਸੁਰਜੀਤ ਕਰ ਸਕਦੇ ਹਾਂ? ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਨੇ ਮਾਵਾ, ਕੁਝ ਰੁੱਖ ਨੂੰਹਾਂ ਧੀਆਂ ਵਰਗੇ, ਕੁਝ ਰੁੱਖ ਵਾਂਗ ਪਰਾਵਾਂ, ਕੁਝ ਰੁੱਖ ਵਾਂਗ ਪਰਾਵਾਂ, ਕੁਝ ਰੁੱਖ ਮੇਰੇ ਬਾਬੇ ਵਰਕਣ, ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਪਾਵਾਂ, ਚੂਰੀ ਪਾਵਨ ਕਾਵਾਂ, ਕੁਝ ਰੁੱਖ ਮੇਰੇ ਯਾਰ ਵਰਗੇ, ਚੁੰਮਾ ਤੇ ਗਲ ਲਾਵਾਂ, ਚੁੰਮਾ ਤੇ ਗਲ ਲਾਵਾਂ, ਇੱਕ ਰੁੱਖ ਮੇਰੀ ਮਹਿਬੂਬਾ ਵਾਕਣ, ਮਿੱਠਾ ਅਤੇ ਦੁਖਾਵਾਂ, ਮਿੱਠਾ ਅਤੇ ਦੁਖਾਵਾਂ, ਕੁਝ ਰੁੱਖ ਜਦ ਵੀ ਰਲ ਕੇ ਝੂਮਣ,
ਤੇਜ ਵਗਣ ਜਦ ਵਾਵਾ, ਤੇਜ ਵਗਣ ਜਦ ਵਾਵਾ। ਸਾਵੀਂ ਬੋਲੀ ਸਭ ਰੁੱਖਾਂ ਦੀ, ਦਿਲ ਕਰਦਾ ਲਿਖ ਜਾਵਾਂ, ਦਿਲ ਕਰਦਾ ਲਿਖ ਜਾਵਾਂ। ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਉਂ ਰੁੱਖਾਂ ਦੀਆਂ ਛਾਵਾਂ, ਜਿਉਂ ਰੁੱਖਾਂ ਦੀਆਂ ਛਾਵਾਂ। ਜੰਗਲਾਂ ਦੀ ਕਟਾਈ ਇੱਕ ਗੰਭੀਰ ਵਿਸ਼ਾ ਬਣਦੀ ਜਾ ਰਹੀ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਹਰ ਸਾਲ ਜੰਗਲਾਂ ਦਾ ਰਕਬਾ ਘਟਦਾ ਜਾ ਰਿਹਾ ਹੈ। ਅੱਜ ਤੋਂ 8000 ਸਾਲ ਪਹਿਲਾਂ ਜਿੰਨੇ ਜੰਗਲ ਸੀ, ਅੱਜ ਉਸ ਤੋਂ ਅੱਧੇ ਤੋਂ ਵੀ ਘੱਟ ਰਹਿ ਗਏ ਨੇ। ਭਾਰਤ ਵਿੱਚ ਵੀ ਜੰਗਲਾਂ ਦਾ ਰਕਬਾ ਘਟ ਕੇ ਕੇਵਲ 9% ਰਹਿ ਗਿਆ ਹੈ, ਜਦੋਂ ਕਿ ਇਹ ਕੁੱਲ ਰਕਬੇ ਦਾ 33% ਹੋਣਾ ਚਾਹੀਦਾ ਹੈ। ਅੰਧਾਧੁੰਦ ਜੰਗਲਾਂ ਦੀ ਕਟਾਈ ਕਾਰਨ ਹੜ੍ਹ ਆ ਰਹੇ ਨੇ ਤੇ ਵਾਤਾਵਰਣ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਨੇ। ਪੰਜਾਬ ਵਿੱਚ ਤਾਂ ਜੰਗਲਾਂ ਦਾ ਰਕਬਾ ਬਹੁਤ ਹੀ ਘੱਟ ਰਹਿ ਗਿਆ ਹੈ। ਪੰਜਾਬ ਦੇ ਜ਼ਿਆਦਾ ਜੰਗਲ ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਨੇ। ਪੰਜਾਬ ਦਾ ਕੁੱਲ ਰਕਬਾ 50,362 ਵਰਗ ਕਿਲੋਮੀਟਰ ਹੈ, ਜਿਸ ਵਿੱਚ ਕਿ ਸੰਘਣੇ ਜੰਗਲ ਬਿਲਕੁਲ ਨਹੀਂ ਨੇ। ਘੱਟ ਸੰਘਣੇ ਜੰਗਲ 743 ਵਰਗ ਕਿਲੋਮੀਟਰ ਵਿੱਚ ਨੇ, ਜੋ ਕਿ ਕੁੱਲ ਰਕਬੇ ਦਾ 1.5% ਭਾਗ ਨੇ। ਖੁੱਲ੍ਹੇ ਜੰਗਲ 837 ਵਰਗ ਕਿਲੋਮੀਟਰ ਵਿੱਚ ਨੇ ਤੇ 1.7% ਰਕਬੇ ਵਿੱਚ ਨੇ। ਇਸ ਤਰ੍ਹਾਂ ਸਿਰਫ 1580 ਵਰਗ ਕਿਲੋਮੀਟਰ ਵਿੱਚ ਜੋ ਜੰਗਲ ਨੇ, ਉਹ ਕੁੱਲ ਰਕਬੇ ਦਾ ਸਿਰਫ 3.2% ਭਾਗ ਨੇ। ਇਸ ਵਿੱਚ ਜੇਕਰ ਇਕੱਲੇ ਦੁਕੱਲੇ ਰੁੱਖ ਵੀ ਜੋੜ ਲਏ ਜਾਣ ਤਾਂ ਇਹ ਅੰਕੜੇ 6.33% ਤੱਕ ਹੋ ਜਾਂਦੇ ਨੇ, ਜਦਕਿ ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਇਹ ਜ਼ਰੂਰੀ ਹੈ ਕਿ ਕੁੱਲ ਰਕਬੇ ਦਾ 30% ਭਾਗ ਰੁੱਖ ਹੋਣ। ਇਹ ਕਿਉਂ ਜ਼ਰੂਰੀ ਹੈ ਕਿ ਇੰਨੀ ਮਾਤਰਾ ਵਿੱਚ ਰੁੱਖ ਜ਼ਰੂਰ ਹੋਣ? ਇਹ ਜਾਣਨ ਲਈ ਆਓ ਵੇਖੀਏ ਕਿ ਰੁੱਖ ਸਾਡੇ ਲਈ ਕੀ ਕਰਦੇ ਨੇ। ਪੰਛੀਆਂ, ਜਾਨਵਰਾਂ ਤੇ ਮਨੁੱਖਾਂ ਲਈ ਆਸਰਾ ਬਣਦੇ ਨੇ ਰੁੱਖ। ਗਰਮੀ ਤੋਂ ਬਚਣ ਲਈ ਰੁੱਖ ਸਾਰਿਆਂ ਵਾਸਤੇ ਆਸਰਾ ਨੇ। ਰੁੱਖ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਲੈ ਕੇ ਸਾਨੂੰ ਆਕਸੀਜਨ ਦਿੰਦੇ ਨੇ, ਜੋ ਕਿ ਸਾਡੇ ਜੀਵਨ ਲਈ ਅਤੀ ਜ਼ਰੂਰੀ ਹੈ। ਸੂਰਜ ਦੀ ਗਰਮੀ ਨਾਲ ਧਰਤੀ ਉੱਪਰਲੀ ਹਰ ਇੱਕ ਚੀਜ਼ ਦਾ ਤਾਪਮਾਨ ਵੱਧ ਜਾਂਦਾ ਹੈ। ਰੁੱਖਾਂ ਦੇ ਪੱਤੇ, ਜਿਨ੍ਹਾਂ ਵਿੱਚ 60 ਤੋਂ 70% ਪਾਣੀ ਹੁੰਦਾ ਹੈ, ਦਾ ਤਾਪਮਾਨ ਵੀ ਵੱਧ ਜਾਂਦਾ ਹੈ ਤੇ ਕੁਝ ਪਾਣੀ ਭਾਫ਼ ਬਣ ਕੇ ਹਵਾ ਵਿੱਚ ਚਲਿਆ ਜਾਂਦਾ ਹੈ। ਇਸ ਤਰ੍ਹਾਂ ਰੁੱਖ ਸੂਰਜ ਦੀ ਗਰਮੀ ਨੂੰ ਧਰਤੀ ਤੱਕ ਪਹੁੰਚਣ ਨਹੀਂ ਦਿੰਦੇ। ਉਹ ਸੂਰਜ ਦੀਆਂ ਕਿਰਨਾਂ ਨੂੰ ਜਾਂ ਤਾਂ ਜਜ਼ਬ ਕਰ ਲੈਂਦੇ ਨੇ ਜਾਂ ਫਿਰ ਮੋੜ ਦਿੰਦੇ ਨੇ। ਰੁੱਖ ਆਵਾਜ਼ ਨੂੰ ਜਜ਼ਬ ਕਰਕੇ ਇਸ ਦੇ ਪ੍ਰਦੂਸ਼ਣ ਨੂੰ ਘੱਟ ਕਰਦੇ ਨੇ। ਵਰਖਾ ਹੋਣ ਵੇਲੇ ਰੁੱਖ ਧਰਤੀ ਨੂੰ ਖੁਰਣ ਤੋਂ ਬਚਾਉਂਦੇ ਨੇ। ਬਾਰਿਸ਼ ਦੀਆਂ ਬੂੰਦਾਂ ਕਾਫੀ ਤੇਜ਼ ਰਫ਼ਤਾਰ ਨਾਲ ਜ਼ਮੀਨ ਤੇ ਡਿੱਗਦੀਆਂ ਨੇ
1 ਮਿਲੀਮੀਟਰ ਆਕਾਰ ਦੀ ਬੂੰਦ 15 ਕਿਲੋਮੀਟਰ ਪ੍ਰਤੀ ਘੰਟਾ ਤੇ 5 ਮਿਲੀਮੀਟਰ ਦੀ ਬੂੰਦ 32 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜ਼ਮੀਨ ਨਾਲ ਟਕਰਾਉਂਦੀ ਹੈ। ਸਿੱਧਾ ਵੱਜਣ ਤੇ ਇਹ ਮਿੱਟੀ ਨੂੰ ਖੋਰ ਦਿੰਦੀਆਂ ਨੇ, ਪਰ ਰੁੱਖ ਇਹਨਾਂ ਬੂੰਦਾਂ ਨੂੰ ਪੱਤਿਆਂ ਰਾਹੀਂ ਰੋਕ ਲੈਂਦੇ ਨੇ ਤੇ ਫਿਰ ਇਹ ਪਾਣੀ ਹੌਲੀ-ਹੌਲੀ ਪੱਤਿਆਂ, ਟਾਹਣੀਆਂ ਤੇ ਤਣੇ ਤੋਂ ਹੁੰਦਾ ਹੋਇਆ ਧਰਤੀ ਵਿੱਚ ਸਮਾ ਜਾਂਦਾ ਹੈ। ਇਸੇ ਤਰ੍ਹਾਂ ਪਹਾੜਾਂ ਤੇ ਰੁੱਖ ਨਾ ਹੋਣ ਤਾਂ ਪਾਣੀ ਤੇਜ਼ੀ ਨਾਲ ਰੁੜਦਾ ਹੋਇਆ ਆਪਣੇ ਨਾਲ ਮਿੱਟੀ ਖੋਰਦਾ ਰਹਿੰਦਾ ਹੈ, ਪਰ ਰੁੱਖ ਇਸ ਪਾਣੀ ਦੀ ਰਫ਼ਤਾਰ ਨੂੰ ਸਿਰਫ ਘਟਾਉਂਦੇ ਹੀ ਨਹੀਂ, ਬਲਕਿ ਇਸ ਨੂੰ ਧਰਤੀ ਵਿੱਚ ਸਮਾਉਣ ਵਿੱਚ ਵੀ ਮਦਦ ਕਰਦੇ ਨੇ। ਸਾਡੇ ਦਰਿਆ ਹਰ ਸਾਲ ਲੱਖਾਂ ਟਨ ਉਪਜਾਊ ਮਿੱਟੀ ਸਮੁੰਦਰ ਵਿੱਚ ਲਿਜਾ ਰਹੇ ਨੇ, ਕਿਉਂਕਿ ਪਹਾੜਾਂ ਤੋਂ ਮਿੱਟੀ ਖੁਰ ਕੇ ਦਰਿਆਵਾਂ ਵਿੱਚ ਆ ਜਾਂਦੀ ਹੈ। ਰੁੱਖਾਂ ਦੀ ਘਾਟ ਕਾਰਨ ਬਰਸਾਤੀ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਰੁੜ ਕੇ ਮਿੱਟੀ ਨੂੰ ਆਪਣੇ ਨਾਲ ਲੈ ਜਾਂਦਾ ਹੈ। ਰੁੱਖ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਨੇ। ਬਹੁਤ ਸਾਰੇ ਰੁੱਖ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਆਪ ਵੀ ਵਰਤਦੇ ਨੇ ਤੇ ਹੋਰ ਪੌਦਿਆਂ ਤੇ ਜਾਨਵਰਾਂ ਲਈ ਵੀ ਦਿੰਦੇ ਨੇ, ਜੋ ਕਿ ਇਸ ਦੇ ਪੱਤਿਆਂ ਵਿੱਚ ਹੁੰਦੀ ਹੈ। ਇਹਨਾਂ ਪੱਤਿਆਂ ਦੀ ਖਾਦ ਜ਼ਮੀਨ ਨੂੰ ਉਪਜਾਊ ਕਰਦੀ ਹੈ। ਇਸ ਦੇ ਨਾਲ ਹੀ ਇੱਕ ਰੁੱਖ ਇੱਕ ਮੌਸਮ ਵਿੱਚ 130 ਲੀਟਰ ਪੈਟਰੋਲ ਦੀ ਵਰਤੋਂ ਤੋਂ ਪੈਦਾ ਹੋਣ ਵਾਲੇ ਲੈਡ ਯਾਨੀ ਸਿੱਕੇ ਦੇ ਪ੍ਰਦੂਸ਼ਣ ਨੂੰ ਖਤਮ ਕਰ ਦਿੰਦਾ ਹੈ। ਰੁੱਖ ਇਸ ਸਿੱਕੇ ਨੂੰ ਫਾਸਫੋਟ ਵਿੱਚ ਬਦਲ ਦਿੰਦਾ ਹੈ ਤੇ ਆਪਣੇ ਤਣੇ ਵਿੱਚ ਰੱਖ ਲੈਂਦਾ ਹੈ। ਰੁੱਖ ਸਾਨੂੰ ਫਲ, ਫੁੱਲ, ਲੱਕੜੀ ਤੇ ਦਵਾਈਆਂ ਵੀ ਦਿੰਦੇ ਨੇ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਵੱਲ ਵੇਖੀਏ ਤਾਂ ਕੋਈ ਨਾ ਕੋਈ ਲੱਕੜ ਤੋਂ ਬਣੀ ਵਸਤ ਜ਼ਰੂਰ ਸਾਡੀ ਨਜ਼ਰ ਵਿੱਚ ਆ ਜਾਏਗੀ। ਇਹ ਸੋਚਣਾ ਵੀ ਮੁਸ਼ਕਿਲ ਹੈ ਕਿ ਲੱਕੜੀ ਤੋਂ ਬਿਨਾਂ ਅਸੀਂ ਕਿਸੇ ਤਰ੍ਹਾਂ ਜੀ ਸਕਦੇ ਹਾਂ। ਜੇ ਰੁੱਖ ਨਾ ਹੋਣ ਤਾਂ ਕੁਦਰਤ ਦੀ ਸੁੰਦਰਤਾ ਸ਼ਾਇਦ ਅੱਧੀ ਰਹਿ ਜਾਏਗੀ। ਜੋ ਸ਼ਾਂਤੀ ਤੇ ਏਕਾਂਤ ਰੁੱਖਾਂ ਹੇਠ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲਦਾ। ਸ਼ਾਇਦ ਇਹੀ ਕਾਰਨ ਸੀ ਕਿ ਮਹਾਤਮਾ ਬੁੱਧ ਨੂੰ ਆਤਮ ਗਿਆਨ ਇੱਕ ਬੋੜ ਥੱਲੇ ਹੀ ਪ੍ਰਾਪਤ ਹੋਇਆ ਸੀ। ਆਓ ਹੁਣ ਰੁੱਖਾਂ ਦੀ ਬਣਤਰ ਵੱਲ ਧਿਆਨ ਦਈਏ। ਰੁੱਖ ਦੇ ਮੁੱਖ ਭਾਗ ਨੇ ਜੜ੍ਹਾਂ, ਤਣਾ ਤੇ ਟਾਹਣੀਆਂ ਅਤੇ ਪੱਤੇ। ਜੜ੍ਹਾਂ ਦੇ ਦੋ ਮੁੱਖ ਕੰਮ ਨੇ। ਇੱਕ ਤਾਂ ਰੁੱਖ ਨੂੰ ਖੜ੍ਹੇ ਰਹਿਣ ਲਈ ਤਾਕਤ ਦੇਣੀ ਤਾਂ ਕਿ ਹਨੇਰੀਆਂ ਵਿੱਚ ਇਹ ਸਿੱਧਾ ਖੜ੍ਹਾ ਰਹਿ ਸਕੇ, ਤੇ ਦੂਜਾ ਇਹ ਜ਼ਮੀਨ ਤੋਂ ਖੁਰਾਕ ਲੈ ਕੇ ਰੁੱਖ ਦੇ ਹਰ ਇੱਕ ਹਿੱਸੇ ਤੱਕ ਪਹੁੰਚਾਉਂਦੀਆਂ ਨੇ। ਇਸ ਕੰਮ ਵਿੱਚ ਪਤਲੀਆਂ ਤੇ ਬਰੀਕ ਜੜ੍ਹਾਂ ਇੱਕ ਪੰਪ ਵਾਂਗ ਕੰਮ ਕਰਦੀਆਂ ਨੇ। ਇਹ ਧਰਤੀ ਵਿੱਚੋਂ ਪਾਣੀ ਤੇ ਖੁਰਾਕ ਚੂਸ ਕੇ ਮੋਟੀਆਂ ਜੜ੍ਹਾਂ ਤਣੇ ਤੇ ਟਾਹਣੀਆਂ ਦੇ ਰਸਤੇ ਪੱਤਿਆਂ ਤੱਕ ਪਹੁੰਚਾਉਂਦੀਆਂ ਨੇ। ਇੱਕ ਰੁੱਖ ਕਿੰਨੀ ਉਚਾਈ ਤੱਕ ਵੱਧ ਸਕਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦੀਆਂ ਜੜ੍ਹਾਂ ਕਿੰਨੀ ਉਚਾਈ ਤੱਕ ਖੁਰਾਕ ਪਹੁੰਚਾ ਸਕਦੀਆਂ ਨੇ। ਜੜ੍ਹਾਂ ਨੂੰ ਵੀ ਖੁਰਾਕ ਤੇ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਲਈ ਰੁੱਖਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨਹੀਂ ਹੁੰਦੀਆਂ। ਆਮ ਤੌਰ ਤੇ ਇਹ 18 ਤੋਂ 25 ਇੰਚ ਦੀ ਡੂੰਘਾਈ ਤੇ ਹੁੰਦੀਆਂ ਨੇ। ਜੜ੍ਹਾਂ ਲਈ ਭੋਜਨ ਪੱਤੇ ਤਿਆਰ ਕਰਦੇ ਨੇ, ਜੋ ਕਿ ਟਾਹਣੀਆਂ ਤੇ ਤਣੇ ਰਾਹੀਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਤਣਾ, ਤਣੇ ਦਾ ਸਭ ਤੋਂ ਬਾਹਰਲਾ ਭਾਗ ਛਿੱਲਕ ਹੁੰਦਾ ਹੈ। ਇਹ ਮਨੁੱਖ ਦੀ ਖਲੜੀ ਦੀ ਤਰ੍ਹਾਂ ਰੁੱਖ ਨੂੰ ਜ਼ਖਮੀ ਹੋਣ ਤੋਂ ਜਾਂ ਫਿਰ ਗਰਮੀ ਤੇ ਸਰਦੀ ਤੋਂ ਬਚਾਉਂਦਾ ਹੈ। ਇਹ ਕਈ ਤਰ੍ਹਾਂ ਦੀ ਹੁੰਦੀ ਹੈ। ਕਈ ਰੁੱਖਾਂ ਦੀ ਛਿੱਲੜ ਸਾਫ਼ ਤੇ ਸਿੱਧਰੀ ਤੇ ਕਈਆਂ ਦੀ ਮਗਰਮੱਛ ਦੀ ਤਰ੍ਹਾਂ ਉਗੜੀ ਖਬੜੀ। ਕਈ ਰੁੱਖਾਂ ਦੀ ਛਿੱਲੜ ਬਹੁਤ ਕੰਮ ਆਉਂਦੀ ਹੈ, ਜਿਵੇਂ ਕਿ ਚਮੜੇ ਨੂੰ ਰੰਗ ਚੜਾਉਣ ਲਈ ਜਾਂ ਫਿਰ ਕਈ ਦਵਾਈਆਂ ਵਿੱਚ ਵੀ ਵਰਤੀ ਜਾਂਦੀ ਹੈ। ਇਸ ਤੋਂ ਅੰਦਰ ਵਾਲੀ ਤਹਿ ਨੂੰ ਫਲੋਇਮ ਕਹਿੰਦੇ ਨੇ। ਇਹ ਹਲਕੇ ਭੂਰੇ ਰੰਗ ਦੀ ਤੇ ਕਾਗਜ਼ ਵਾਂਗ ਪਤਲੀ ਹੁੰਦੀ ਹੈ। ਇਹ ਪਰਤ ਪੱਤਿਆਂ ਤੋਂ ਖੁਰਾਕ ਲੈ ਕੇ ਰੁੱਖ ਦੇ ਦੂਜੇ ਭਾਗਾਂ ਤੱਕ ਪਹੁੰਚਾਉਂਦੀ ਹੈ। ਫਲੋਇਮ ਹੌਲੀ-ਹੌਲੀ ਛਿੱਲੜ ਦਾ ਭਾਗ ਬਣ ਜਾਂਦੀ ਹੈ। ਕੈਂਬੀਅਮ,
ਇਹ ਇੱਕ ਬਹੁਤ ਹੀ ਕਿਰਿਆਸ਼ੀਲ ਪਰਤ ਹੈ। ਇਹ ਵੀ ਜਾਂ ਤਾਂ ਆਪਣੇ ਤੋਂ ਉੱਪਰ ਵਾਲੀ ਪਰਤ ਫਲੋਇਮ ਵਿੱਚ ਬਦਲ ਜਾਂਦੀ ਹੈ ਜਾਂ ਆਪਣੇ ਤੋਂ ਨੀਚੇ ਵਾਲੀ ਪਰਤ ਅਗਜ਼ੈਨਮ ਵਿੱਚ। ਅਗਜ਼ੈਨਮ ਇਹ ਪਰਤ ਜੜ੍ਹਾਂ ਤੋਂ ਖੁਰਾਕ ਲੈ ਕੇ ਪੱਤਿਆਂ ਤੱਕ ਪਹੁੰਚਾਉਂਦੀ ਹੈ ਤੇ ਹੌਲੀ-ਹੌਲੀ ਸਭ ਤੋਂ ਅੰਦਰ ਵਾਲੀ ਪਰਤ ਯਾਨੀ ਕਿ ਠੋਸ ਲੱਕੜ ਵਿੱਚ ਬਦਲ ਜਾਂਦੀ ਹੈ। ਅੰਦਰਲੀ ਲੱਕੜ ਅੰਦਰਲੀ ਲੱਕੜ ਠੋਸ ਹੁੰਦੀ ਹੈ ਤੇ ਰੁੱਖ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਤਾਂ ਜੋ ਝੱਖੜ ਹਨੇਰੀਆਂ ਵਿੱਚ ਰੁੱਖ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਇਹ ਰੁੱਖ ਨੂੰ ਖੁਰਾਕ ਪਹੁੰਚਾਉਣ ਵਿੱਚ ਕੋਈ ਮਦਦ ਨਹੀਂ ਕਰਦੀ। ਇਸ ਤਰ੍ਹਾਂ ਅਸੀਂ ਵੇਖਿਆ ਕਿ ਤਣੇ ਦੇ 5 ਭਾਗ ਨੇ। ਪਹਿਲਾ ਛਿੱਲਕ, ਦੂਜਾ ਫਲੋਇਮ, ਤੀਜਾ ਕੈਂਬੀਅਮ, ਚੌਥਾ ਜ਼ੈਲਮ ਤੇ ਪੰਜਵਾਂ ਅੰਦਰਲੀ ਲੱਕੜ। ਅੰਦਰਲੀ ਲੱਕੜ ਵਿੱਚ ਕਈ ਗੋਲ ਚੱਕਰ ਹੁੰਦੇ ਨੇ ਜੋ ਕਿ ਰੁੱਖ ਦੀ ਉਮਰ ਦੱਸਦੇ ਨੇ। ਰੁੱਖ ਹਰ ਸਾਲ ਇੱਕ ਚੱਕਰ ਬਣਾਉਂਦੇ ਨੇ, ਪਰ 2 ਚੱਕਰਾਂ ਵਿਚਕਾਰ ਵੀ ਇੱਕੋ ਜਿਹਾ ਫਾਸਲਾ ਨਹੀਂ ਹੁੰਦਾ। ਜਿਸ ਵਰੇ ਮੌਸਮ ਚੰਗਾ ਰਹੇ ਤੇ ਰੁੱਖ ਨੂੰ ਪੂਰਨ ਖੁਰਾਕ ਮਿਲੇ ਤਾਂ ਉਹ ਚੰਗੀ ਤਰ੍ਹਾਂ ਵੱਧਦਾ ਫੁੱਲਦਾ ਹੈ ਤੇ 2 ਚੱਕਰਾਂ ਵਿਚਕਾਰ ਫਾਸਲਾ ਵਧੀਕ ਹੁੰਦਾ ਹੈ। ਤੇ ਜਿਸ ਵੇਲੇ ਰੁੱਖ ਨੂੰ ਪੂਰਨ ਖੁਰਾਕ ਨਾ ਮਿਲੇ ਜਾਂ ਉਹ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਵਰੇ ਦੇ ਚੱਕਰਾਂ ਵਿੱਚ ਫਾਸਲਾ ਘੱਟ ਹੁੰਦਾ ਹੈ। ਪੱਤੇ ਪੱਤੇ ਰੁੱਖ ਲਈ ਖਾਣਾ ਬਣਾਉਣ ਦੇ ਕਾਰਖਾਨੇ ਨੇ। ਇਹ ਕਈ ਆਕਾਰ ਦੇ ਹੁੰਦੇ ਨੇ, ਜਿਵੇਂ ਕਿ ਗੋਲ, ਕਿਨਾਰੀਆਂ ਵਾਲੇ ਜਾਂ ਪਤਲੇ ਤੇ ਲੰਬੇ। ਰੁੱਖ ਨੂੰ ਖੁਰਾਕ ਧਰਤੀ ਤੋਂ ਹੀ ਮਿਲਦੀ ਹੈ। ਇਹ ਖੁਰਾਕ ਜੜ੍ਹਾਂ ਤੋਂ ਪਾਣੀ ਰਾਹੀਂ ਪੱਤਿਆਂ ਤੱਕ ਪਹੁੰਚਦੀ ਹੈ। ਪੱਤੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਲੈਂਦੇ ਨੇ। ਪੱਤਿਆਂ ਵਿੱਚ ਜਿਉਂਦੇ ਸੈੱਲ ਕਲੋਰੋਫਿਲ ਹੁੰਦੇ ਨੇ ਜੋ ਕਿ ਸੂਰਜ ਦੀ ਰੌਸ਼ਨੀ ਨੂੰ ਸਮਾ ਲੈਂਦੇ ਨੇ। ਇਸ ਸ਼ਕਤੀ ਨਾਲ ਉਹ ਜੜ੍ਹਾਂ ਤੋਂ ਆਈ ਖੁਰਾਕ ਤੇ ਕਾਰਬਨ ਡਾਈਆਕਸਾਈਡ ਨੂੰ ਪੌਸ਼ਟਿਕ ਤੱਤਾਂ ਵਿੱਚ ਬਦਲ ਦਿੰਦੇ ਨੇ। ਇਹ ਖੁਰਾਕ ਰੁੱਖ ਦੇ ਸਾਰੇ ਜਿਉਂਦੇ ਕਿਸ਼ਾਣੂਆਂ ਤੱਕ ਪਹੁੰਚ ਜਾਂਦੀ ਹੈ। ਇਸ ਕਿਰਿਆ ਨੂੰ ਫੋਟੋਸਿੰਥਸਿਸ ਕਹਿੰਦੇ ਨੇ। ਰੁੱਖ ਦੀ ਇੱਕ ਵਰੇ ਦੀ ਜ਼ਿੰਦਗੀ ਵਿੱਚ ਕਈ ਬਦਲਾਅ ਆਉਂਦੇ ਨੇ ਜੋ ਕਿ ਰੁੱਤਾਂ ਤੇ ਨਿਰਭਰ ਕਰਦੇ ਨੇ। ਗਰਮੀ ਗਰਮੀ ਦੀ ਰੁੱਤ ਸ਼ੁਰੂ ਹੋਣ ਤੇ ਰੁੱਖ 6 ਤੋਂ 8 ਹਫ਼ਤੇ ਤੇਜ਼ੀ ਨਾਲ ਵੱਧਦਾ ਹੈ। ਪੱਤਿਆਂ ਵਿੱਚ ਕਲੋਰੋਫਿਲ ਦੀ ਮਾਤਰਾ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਪੱਤਿਆਂ ਦਾ ਰੰਗ ਗੂੜਾ ਹਰਾ ਹੋ ਜਾਂਦਾ ਹੈ। ਫਲ ਤੇ ਫੁੱਲ ਜੋ ਕਿ ਬਹਾਰ ਦੇ ਮੌਸਮ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਨੇ, ਵਧਣਾ ਤੇ ਫੁੱਲਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਗਰਮੀ ਬਹੁਤ ਵੱਧ ਜਾਂਦੀ ਹੈ ਤਾਂ ਰੁੱਖ ਦਾ ਹਰ ਇੱਕ ਪੱਤਾ ਆਪਣੀ ਜਗ੍ਹਾ ਬਣਾ ਲੈਂਦਾ ਹੈ ਤਾਂ ਕਿ ਉਸ ਦੀ ਘੱਟ ਤੋਂ ਘੱਟ ਸਤਹ ਧੁੱਪ ਦੀ ਲਪੇਟ ਵਿੱਚ ਆਵੇ। ਇਸ ਵਾਸਤੇ ਉਹ ਘੁੰਮ ਜਾਂਦੇ ਨੇ। ਗਰਮੀ ਦੇ ਅਖੀਰ ਵਿੱਚ ਲੱਕੜੀ ਦੇ ਕਿਸ਼ਾਣੂ ਯਾਨੀ ਸੈੱਲ ਬਣਨੇ ਬੰਦ ਹੋ ਜਾਂਦੇ ਨੇ ਤੇ ਰੁੱਖ ਹੋਰ ਨਹੀਂ ਵੱਧਦਾ। ਗਰਮੀ ਤੇ ਸਰਦੀ ਦੀਆਂ ਰੁੱਤਾਂ ਦੇ ਵਿਚਕਾਰ ਪਤਝੜ ਦੀ ਰੁੱਤ ਆਉਂਦੀ ਹੈ। ਗਰਮ ਰੁੱਤ ਤੇ ਠੰਡੀਆਂ ਰਾਤਾਂ ਰੁੱਖਾਂ ਵਿੱਚ ਤਬਦੀਲੀ ਲਿਆਉਂਦੀਆਂ ਨੇ। ਇਸ ਰੁੱਤ ਵਿੱਚ ਪੱਤਿਆਂ ਦਾ ਕੰਮ ਖਤਮ ਹੋ ਜਾਂਦਾ ਹੈ ਤੇ ਕਲੋਰੋਫਿਲ ਦੀ ਮਾਤਰਾ ਵੀ ਘਟਦੀ ਜਾਂਦੀ ਹੈ। ਇਸ ਨਾਲ ਪੱਤੇ ਵੀ ਆਪਣਾ ਰੰਗ ਬਦਲ ਲੈਂਦੇ ਨੇ ਤੇ ਇਸੇ ਸਦਕਾ ਇਸ ਰੁੱਤ ਵਿੱਚ ਰੰਗ ਬਿਰੰਗੇ ਪੱਤੇ ਨਜ਼ਰ ਆਉਂਦੇ ਨੇ। ਇਸ ਰੁੱਤ ਵਿੱਚ ਰੁੱਖਾਂ ਦਾ ਸਾਰਾ ਖਾਣਾ ਜਿਵੇਂ ਕਿ ਸਟਾਰਚ, ਸ਼ੱਕਰ, ਤੇਲ ਆਦਿ ਪੱਤਿਆਂ ਤੋਂ ਟਾਹਣੀਆਂ ਤੇ ਤਣੇ ਵਿੱਚ ਚਲਿਆ ਜਾਂਦਾ ਹੈ, ਪਰ ਕੁਝ ਪੱਤੀਆਂ ਵਿੱਚ ਵੀ ਰਹਿ ਜਾਂਦਾ ਹੈ, ਜਿਸ ਨਾਲ ਪੱਤੇ ਅਲੱਗ-ਅਲੱਗ ਰੰਗਾਂ ਵਿੱਚ ਵਿਖਾਈ ਦਿੰਦੇ ਨੇ। ਜਿਉਂ-ਜਿਉਂ ਦਿਨ ਛੋਟੇ ਹੁੰਦੇ ਜਾਂਦੇ ਨੇ, ਕਲੋਰੋਫਿਲ ਨੂੰ ਵੀ ਕੰਮ ਕਰਨ ਵਾਸਤੇ ਜ਼ਿਆਦਾ ਰੌਸ਼ਨੀ ਨਹੀਂ ਮਿਲਦੀ ਤੇ ਜਦੋਂ ਫੋਟੋਸਿੰਥਸਿਸ ਵੀ ਨਹੀਂ ਹੁੰਦੀ, ਰੁੱਖ ਉਹਨਾਂ ਨੂੰ ਥੱਲੇ ਸੁੱਟ ਦਿੰਦੇ ਨੇ। ਇਹਨਾਂ ਪੱਤਿਆਂ ਦੀ ਖਾਦ ਬਣਾਈ ਜਾ ਸਕਦੀ ਹੈ ਜੋ ਕਿ ਰੁੱਖਾਂ ਲਈ ਚੰਗੀ ਖੁਰਾਕ ਦਾ ਸਾਧਨ ਹੈ।
ਜਦੋਂ ਸਰਦੀਆਂ ਦੀ ਰੁੱਤ ਆਉਂਦੀ ਹੈ ਤਾਂ ਪੱਤੇ ਸੂਰਜ ਦੀਆਂ ਕਿਰਨਾਂ ਨੂੰ ਸਮਾਉਣਾ ਬੰਦ ਕਰ ਦਿੰਦੇ ਨੇ ਤੇ ਖਾਣਾ ਬਣਾਉਣਾ ਵੀ ਬੰਦ ਕਰ ਦਿੰਦੇ ਨੇ। ਇਸ ਵਕਤ ਜੜ੍ਹਾਂ ਵਿੱਚੋਂ ਜੋ ਪਾਣੀ ਆਉਂਦਾ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਅਖੀਰ ਵਿੱਚ ਬੰਦ ਹੋ ਜਾਂਦਾ ਹੈ ਤੇ ਥੋੜ੍ਹੇ ਬਹੁਤ ਪੱਤੇ ਜੋ ਰਹਿ ਜਾਂਦੇ ਨੇ ਉਹ ਵੀ ਆਪਣਾ ਕੰਮ ਪੂਰਾ ਕਰਕੇ ਰੁੱਖ ਨਾਲੋਂ ਆਪਣਾ ਨਾਤਾ ਤੋੜ ਲੈਂਦੇ ਨੇ। ਇਹਨਾਂ ਦਿਨਾਂ ਵਿੱਚ ਰੁੱਖ ਕੋਈ ਫਲ ਜਾਂ ਫੁੱਲ ਨਹੀਂ ਦਿੰਦੇ, ਆਪਣੀ ਬਚਾਈ ਹੋਈ ਖੁਰਾਕ ਦੇ ਆਸਰੇ ਦਿਨ ਪੂਰੇ ਕਰਦੇ ਨੇ। ਆਈ ਬਸੰਤ ਤੇ ਰੁੱਖ ਵਧਣਾ ਸ਼ੁਰੂ ਕਰ ਦਿੰਦੇ ਨੇ। ਕਈ ਰੁੱਖ ਤਾਂ ਥੋੜ੍ਹੀ ਸਰਦੀ ਹੁੰਦੇ ਹੋਏ ਵੀ ਵਧਣਾ ਸ਼ੁਰੂ ਕਰ ਦਿੰਦੇ ਨੇ, ਪਰ ਦੂਸਰਿਆਂ ਕਈ ਦਰਖਤਾਂ ਨੂੰ ਵਧਣ ਲਈ ਕੁਝ ਗਰਮ ਰੁੱਤ ਦੀ ਲੋੜ ਹੁੰਦੀ ਹੈ। ਨਵੇਂ ਪੱਤੇ, ਫਲ ਤੇ ਫੁੱਲ ਵੀ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਹਰ ਸਾਲ ਰੁੱਖਾਂ ਦੀ ਜ਼ਿੰਦਗੀ ਦਾ ਕਰਮ ਚੱਲਦਾ ਰਹਿੰਦਾ ਹੈ। ਆਓ ਕੁਝ ਰੁੱਖਾਂ ਬਾਰੇ ਜਾਣਕਾਰੀ ਹਾਸਿਲ ਕਰੀਏ। ਅੰਬ। ਅੰਬ ਫਲਾਂ ਦਾ ਰਾਜਾ ਹੈ ਤੇ ਭਾਰਤੀ ਰੁੱਖ ਹੈ ਤੇ ਸਾਰਾ ਸਾਲ ਹਰਾ ਰਹਿੰਦਾ ਹੈ। ਸਾਂਚੀ ਦਾ ਸਤੂਪ ਜੋ ਕਿ ਅੱਜ ਤੋਂ 2156 ਵਰ੍ਹੇ ਪਹਿਲਾਂ ਬਣਿਆ ਸੀ, ਇਸ ਉੱਪਰ ਵੀ ਇਸ ਦਾ ਆਕਾਰ ਬਣਿਆ ਹੋਇਆ ਹੈ। ਇਹ ਰੁੱਖ ਗਰਮ ਤੇ ਖੁਸ਼ਕ ਮੌਸਮ ਵਿੱਚ ਜ਼ਿਆਦਾ ਫਲਦਾ ਹੈ, ਇਸ ਲਈ ਪਾਣੀ ਦਾ ਨਿਕਾਸ ਹੋਣਾ ਜ਼ਰੂਰੀ ਹੈ। ਸਾਰੀ ਦੁਨੀਆ ਵਿੱਚੋਂ ਭਾਰਤ ਵਿੱਚ ਸਭ ਤੋਂ ਜ਼ਿਆਦਾ ਅੰਬ ਹੁੰਦੇ ਨੇ। ਇਸ ਦੀਆਂ ਕਈ ਕਿਸਮਾਂ ਨੇ, ਜਿਵੇਂ ਕਿ ਅਲਫਾਂਸੋ, ਅਮਰਾਪਲੀ, ਬੰਗਲੌਰਾ, ਬੰਗਣਾਪੱਲੀ, ਬੰਬੇ, ਬੰਬੇ ਗ੍ਰੀਨ, ਚੌਸਾ, ਚਿੰਨਾ ਰਸਾਲੂ, ਖਾਣ ਪੀਣ ਦੀਆਂ ਚਟਨੀਆਂ ਆਦਿ ਬਣਾਉਣ ਦੇ ਨਾਲ ਹੀ ਇਸ ਦੇ ਪੱਤੇ ਤੇ ਟਾਹਣੀਆਂ ਦਵਾਈਆਂ ਬਣਾਉਣ ਵਿੱਚ ਵੀ ਕੰਮ ਆਉਂਦੇ ਨੇ। ਇਸ ਦੀ ਲੱਕੜ ਇਮਾਰਤਾਂ, ਕਿਸ਼ਤੀਆਂ ਤੇ ਕੋਇਲਾ ਬਣਾਉਣ ਵਿੱਚ ਵੀ ਕੰਮ ਆਉਂਦੀ ਹੈ। ਇਸ ਦੀ ਛਿੱਲਕ ਵਿੱਚ ਟੈਨਿਨ ਹੁੰਦਾ ਹੈ ਜੋ ਕਿ ਚਮੜਾ ਰੰਗਣ ਦੇ ਕੰਮ ਆਉਂਦਾ ਹੈ। ਤੂਤ। ਤੂਤ ਭਾਰਤ ਦੇ ਕਾਫੀ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਇਹ ਜਾਪਾਨ ਤੋਂ ਬਾਕੀ ਦੇਸ਼ਾਂ ਵਿੱਚ ਫੈਲਿਆ ਹੈ। ਇਹ ਔਸਤ ਆਕਾਰ ਦਾ ਪੱਤੇ ਝਾੜਨ ਵਾਲਾ ਰੁੱਖ ਹੈ। ਇਸ ਦੀ ਵਰਤੋਂ ਰੇਸ਼ਮ ਦੇ ਕੀੜੇ ਪਾਲਣ ਲਈ ਕੀਤੀ ਜਾਂਦੀ ਹੈ। ਇਸ ਦੀ ਲੱਕੜ ਵਧੀਆ ਕਿਸਮ ਦੀ ਅਤੇ ਹਲਕੇ ਭੂਰੇ ਰੰਗ ਦੀ ਹੁੰਦੀ ਹੈ। ਇਹ ਫਰਨੀਚਰ, ਹਾਕੀ ਦੀਆਂ ਸਟਿੱਕਾਂ ਤੇ ਬੇੜੀਆਂ ਬਣਾਉਣ ਦੇ ਕੰਮ ਆਉਂਦੀ ਹੈ। ਇਸ ਦੀਆਂ ਟਾਹਣੀਆਂ ਤੋਂ ਟੋਕਰੀਆਂ ਵੀ ਬਣਦੀਆਂ ਨੇ। ਕਿੱਕਰ ਜਾਂ ਬਾਬੂਲ। ਇਹ ਰੁੱਖ ਦੇਸ਼ ਵਿਚਲੇ ਸਾਰੇ ਖੁਸ਼ਕ ਗਰਮ ਇਲਾਕਿਆਂ ਵਿੱਚ, ਜਿੱਥੇ ਸਾਲਾਨਾ ਵਰਖਾ 200 ਤੋਂ 1200 ਮਿਲੀਮੀਟਰ ਹੁੰਦੀ ਹੈ, ਉੱਥੇ ਉਗਾਇਆ ਜਾ ਸਕਦਾ ਹੈ। ਇਹ ਰੁੱਖ ਬਹੁਤ ਗਰਮੀ ਅਤੇ ਸਰਦੀ ਨੂੰ ਸਹਾਰ ਸਕਦਾ ਹੈ। ਇਸ ਦੀ ਲੱਕੜ ਫਰਨੀਚਰ, ਦਰਵਾਜ਼ੇ, ਤਾਕੀਆਂ, ਗੱਡੇ, ਟਰਾਲੀਆਂ, ਖੇਤੀ ਸੰਦ ਅਤੇ ਹੋਰ ਘਰੇਲੂ ਸਮਾਨ ਬਣਾਉਣ ਲਈ ਵਰਤੀ ਜਾਂਦੀ ਹੈ। ਪੱਤੀਆਂ ਤੇ ਫਲੀਆਂ ਵਿੱਚ ਹਜਮ ਹੋਣ ਵਾਲੇ ਪ੍ਰੋਟੀਨ ਹੁੰਦੇ ਨੇ। ਇਸ ਦਾ ਛਿਲਕਾ ਟੈਨਿਨ ਦਾ ਚੰਗਾ ਸਰੋਤ ਹੈ। ਨਿੰਮ। ਨਿੰਮ ਸਿਰਫ ਭਾਰਤ ਵਿੱਚ ਹੀ ਉੱਗਣ ਵਾਲਾ ਰੁੱਖ ਹੈ। ਇਹ ਅਰਧ ਊਸ਼ਣੀ ਤੇ ਖੁਸ਼ਕ ਇਲਾਕਿਆਂ ਅਤੇ ਦੱਖਣੀ ਭਾਰਤ ਵਿੱਚ ਉਗਾਈ ਜਾਂਦੀ ਹੈ। ਨਿੰਮ ਸੋਕੇ ਤੇ ਅਰਧ ਸੋਕੇ ਵਰਗੀਆਂ ਹਾਲਤਾਂ ਵਿੱਚ ਵੀ ਉਗਾਈ ਜਾ ਸਕਦੀ ਹੈ। ਇਸ ਲਈ ਬਰਸਾਤ 450 ਤੋਂ 1150 ਮਿਲੀਮੀਟਰ ਪ੍ਰਤੀ ਸਾਲ ਢੁਕਵੀਂ ਹੈ, ਪਰ 130 ਮਿਲੀਮੀਟਰ ਮੀਂਹ ਵਾਲੇ ਇਲਾਕਿਆਂ ਵਿੱਚ ਵੀ ਇਹ ਪਾਈ ਜਾਂਦੀ ਹੈ। ਇਹ ਲੂਣ ਵਾਲੀਆਂ ਤੇ ਸੇਮ ਵਾਲੀਆਂ ਜ਼ਮੀਨਾਂ ਤੇ ਚੰਗੀ ਤਰ੍ਹਾਂ ਨਹੀਂ ਵੱਧਦੀ। ਇਹ ਰੁੱਖ ਇਮਾਰਤੀ ਲੱਕੜ ਅਤੇ ਬਾਲਣ ਲਈ ਕੰਮ ਆਉਂਦਾ ਹੈ। ਇਸ ਦੀ ਲੱਕੜ ਬਾਕੀ ਰੁੱਖਾਂ ਦੇ ਮੁਕਾਬਲੇ ਭਾਰੀ ਤੇ ਹੰਢਣਸਾਰ ਹੁੰਦੀ ਹੈ। ਨਿੰਮ ਦੇ ਬੀਜ ਵਿੱਚੋਂ 45% ਤੇਲ ਨਿਕਲਦਾ ਹੈ, ਜੋ ਕਿ ਖਾਣਯੋਗ ਨਹੀਂ ਹੁੰਦਾ।
ਨਿੰਮ ਦੇ ਬੀਜ ਵਿੱਚੋਂ ਨਿਕਲਣ ਵਾਲੇ ਪਦਾਰਥ ਐਜਦੀ ਰੈਕਟਨ ਦੀ ਕੀੜੇ, ਬਿਮਾਰੀਆਂ ਅਤੇ ਵਿਸ਼ਾਣੂ ਰੋਕਣ ਦੀ ਸਮਰੱਥਾ ਕਰਕੇ ਕਾਫੀ ਦੇਸ਼ਾਂ ਦੀ ਰੁਚੀ ਇਸ ਵਿੱਚ ਵਧੀ ਹੈ। ਨਿੰਮ ਦੇ ਬੀਜਾਂ ਤੋਂ ਤਿਆਰ ਖੱਲ ਵਿੱਚ ਕਾਫੀ ਮਾਤਰਾ ਵਿੱਚ ਨਾਈਟ੍ਰੋਜਨ ਹੁੰਦੀ ਹੈ। ਟਾਹਲੀ। ਟਾਹਲੀ ਭਾਰਤ ਦੇ ਗੰਗਾ ਦੇ ਮੈਦਾਨਾਂ ਵਿੱਚ ਹੋਣ ਵਾਲਾ ਬਹੁ ਉਪਯੋਗੀ ਤੇ ਮੱਧਮ ਤੌਰ ਤੇ ਵਧਣ ਵਾਲਾ ਦਰਖਤ ਹੈ। ਇਹ 1000 ਮੀਟਰ ਦੀ ਉਚਾਈ ਦੇ ਇਲਾਕਿਆਂ ਵਿੱਚ ਤੇਜ਼ੀ ਨਾਲ ਵੱਧਦਾ ਹੈ। ਟਾਹਲੀ ਲਈ 6 ਤੋਂ 40 ਸੈਂਟੀਗ੍ਰੇਡ ਤਾਪਮਾਨ ਤੇ 200 ਤੋਂ 1500 ਮਿਲੀਮੀਟਰ ਸਾਲਾਨਾ ਮੀਂਹ ਪੈਣ ਵਾਲਾ ਮੌਸਮ ਢੁਕਵਾਂ ਹੈ। ਟਾਹਲੀ ਰੇਤੀਲੀ ਮਹਿਰਾ ਜ਼ਮੀਨ ਨੂੰ ਪਸੰਦ ਕਰਦੀ ਹੈ। ਇਸ ਦਾ ਹਰ ਇੱਕ ਹਿੱਸਾ ਫਾਇਦੇਮੰਦ ਹੈ। ਇਸ ਦੀ ਅੰਦਰੂਨੀ ਲੱਕੜ ਬਹੁਤ ਵਧੀਆ ਟਿੰਬਰ ਹੈ ਤੇ ਪੱਤੇ ਚਾਰੇ ਦੀ ਘਾਟ ਸਮੇਂ ਇੱਕ ਵਧੀਆ ਤੱਤਾਂ ਭਰਪੂਰ ਚਾਰੇ ਦਾ ਕੰਮ ਕਰਦੇ ਨੇ। ਟਾਹਲੀ ਸਰਦੀਆਂ ਵਿੱਚ ਪੱਤੇ ਝਾੜ ਦਿੰਦੀ ਹੈ। ਇਹ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਨੂੰ ਉਪਜਾਊ ਕਰਦੀ ਹੈ। ਸੂਬਾ ਬੂਲ। 500 ਤੋਂ 3000 ਮਿਲੀਮੀਟਰ ਵਰਖਾ ਵਾਲੇ ਇਲਾਕਿਆਂ ਵਿੱਚ ਇਹ ਰੁੱਖ ਬਹੁਤ ਚੰਗੀ ਤਰ੍ਹਾਂ ਵੱਧਦਾ ਹੈ। ਇਸ ਦਾ ਪੌਦਾ 8 ਮਹੀਨਿਆਂ ਤੱਕ ਸੋਕੇ ਨੂੰ ਸਹਾਰ ਸਕਦਾ ਹੈ। ਇਹ ਆਮ ਜ਼ਮੀਨ ਤੇ ਖਾਰੇਪਣ ਵਾਲੀ ਜ਼ਮੀਨ ਵਿੱਚ ਵੀ ਹੋ ਜਾਂਦਾ ਹੈ। ਇਸ ਨੂੰ ਮਾੜੀਆਂ ਤੇ ਸੋਕੇ ਵਾਲੇ ਇਲਾਕਿਆਂ ਕੰਢੀ ਵਿੱਚ ਵੀ ਉਗਾਇਆ ਜਾਂਦਾ ਹੈ। ਇਹ ਇੱਕ ਬਹੁਮੰਤਵੀ ਰੁੱਖ ਹੈ। ਇਸ ਤੋਂ ਚਾਰਾ, ਬਾਲਣ ਦੀ ਲੱਕੜ, ਪਲਪਵੁੱਡ ਅਤੇ ਟਿੰਬਰ ਮਿਲਦੀ ਹੈ। ਇਸ ਤੋਂ ਮਿਲਣ ਵਾਲਾ ਚਾਰਾ ਸੁਆਦਲਾ, ਹਜ਼ਮ ਹੋਣ ਵਾਲਾ ਤੇ ਪ੍ਰੋਟੀਨ ਭਰਪੂਰ ਹੁੰਦਾ ਹੈ। ਸੂਬਾ ਬੂਲ ਮਿੱਟੀ ਵਿੱਚ ਖੁਰਾਕੀ ਤੱਤ ਜਮ੍ਹਾਂ ਕਰਦਾ ਹੈ ਤੇ ਆਲੇ ਦੁਆਲੇ ਦੇ ਪੌਦਿਆਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦਾ ਹੈ। ਇਹ ਇੱਕ ਚੰਗਾ ਬਾਇਓ ਫਰਟੀਲਾਈਜ਼ਰ ਵੀ ਹੈ। ਐਲਸਟੋਨੀਆ। ਇਹ ਇੱਕ ਵੱਡੇ ਆਕਾਰ ਦਾ ਰੁੱਖ ਹੈ ਜਿਸ ਦੀ ਉਚਾਈ 60 ਮੀਟਰ ਤੱਕ ਪਹੁੰਚ ਸਕਦੀ ਹੈ। ਇਸ ਦੇ ਪੱਤੇ ਲੰਬੇ ਤੇ ਗੋਲ ਆਕਾਰ ਦੇ ਹੁੰਦੇ ਨੇ ਤੇ ਇਸ ਦੇ ਫੁੱਲ ਸਫੇਦ, ਪੀਲੇ, ਗੁਲਾਬੀ ਜਾਂ ਹਰੇ ਰੰਗ ਦੇ ਹੁੰਦੇ ਨੇ। ਇਸ ਰੁੱਖ ਦਾ ਰਸ ਜ਼ਹਿਰੀਲਾ ਹੁੰਦਾ ਹੈ। ਇਸ ਦਾ ਪ੍ਰਯੋਗ ਦਵਾਈਆਂ ਬਣਾਉਣ ਵਿੱਚ ਹੁੰਦਾ ਹੈ। ਇਸ ਦੀ ਛਿਲਕ ਤੋਂ ਮਲੇਰੀਆ, ਦੰਦਾਂ ਦੇ ਦਰਦ, ਸੱਪ ਦੇ ਕੱਟਣ ਤੋਂ ਬਚਾਓ ਲਈ ਦਵਾਈਆਂ ਬਣਾਈਆਂ ਜਾਂਦੀਆਂ ਨੇ। ਹੋਮਿਓਪੈਥੀ ਦੀਆਂ ਦਵਾਈਆਂ ਬਣਾਉਣ ਵਿੱਚ ਵੀ ਇਹ ਕੰਮ ਆਉਂਦਾ ਹੈ। ਇਸ ਦੀ ਲੱਕੜ ਵੀ ਕਈ ਸਨਅਤੀ ਕੰਮਾਂ ਵਿੱਚ ਵਰਤੀ ਜਾਂਦੀ ਹੈ। ਬੋਹੜ। ਇਹ ਭਾਰਤ ਦਾ ਰਾਸ਼ਟਰੀ ਰੁੱਖ ਹੈ ਤੇ ਇੱਕ ਵੱਡੇ ਆਕਾਰ ਦਾ ਰੁੱਖ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਇਸ ਦੀਆਂ ਟਾਹਣੀਆਂ ਵਿੱਚੋਂ ਜੜ੍ਹਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਕਿ ਹੌਲੀ-ਹੌਲੀ ਧਰਤੀ ਤੱਕ ਪਹੁੰਚ ਜਾਂਦੀਆਂ ਨੇ। ਕਈ ਜੜ੍ਹਾਂ ਇਕੱਠੀਆਂ ਹੋ ਕੇ ਵੱਡੇ ਆਕਾਰ ਦੀਆਂ ਹੋ ਜਾਂਦੀਆਂ ਨੇ। ਇਸ ਤਰ੍ਹਾਂ ਰੁੱਖ ਬਹੁਤ ਫੈਲ ਜਾਂਦਾ ਹੈ। ਕਲਕੱਤਾ ਦੇ ਬੋਟੈਨੀਕਲ ਗਾਰਡਨ ਵਿੱਚ ਇੱਕ ਬੋਹੜ ਦਾ ਤਣਾ 15 ਮੀਟਰ ਮੋਟਾ ਹੈ। ਇਸ ਦੀਆਂ 464 ਜੜ੍ਹਾਂ ਨੇ ਤੇ ਇਹ 377 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਦਾ ਫਲ ਪਹਿਲਾਂ ਹਰੇ ਰੰਗ ਦਾ ਅਤੇ ਸਖਤ ਹੁੰਦਾ ਹੈ, ਫਿਰ ਲਾਲ ਤੇ ਨਰਮ ਹੋ ਜਾਂਦਾ ਹੈ। ਇਸ ਨੂੰ ਪੰਛੀ ਖਾਂਦੇ ਨੇ ਪਰ ਸੁਆਦਲਾ ਨਾ ਹੋਣ ਕਰਕੇ ਸਾਡੇ ਖਾਣ ਲਈ ਠੀਕ ਨਹੀਂ ਸਮਝਿਆ ਜਾਂਦਾ। ਇਸ ਦੀ ਲੱਕੜੀ ਇਮਾਰਤੀ ਜ਼ਰੂਰਤਾਂ ਲਈ ਵਰਤੀ ਜਾਂਦੀ ਹੈ। ਦਵਾਈਆਂ ਬਣਾਉਣ ਲਈ ਵਰਤੇ ਜਾਣ ਵਾਲੇ ਕੁਝ ਰੁੱਖ।
ਕੁਦਰਤ ਨੇ ਆਪਣੇ ਕ੍ਰੋਧ ਨੂੰ ਠੱਲ ਪਾਉਣ ਲਈ ਹੀ ਰੁੱਖ ਪੈਦਾ ਕੀਤੇ ਨੇ। ਹੜ੍ਹ, ਤੂਫਾਨ, ਹਨੇਰੀਆਂ, ਸਰਦੀ, ਗਰਮੀ ਸਾਰਿਆਂ ਨੂੰ ਹੀ ਨਿਯੰਤਰਣ ਵਿੱਚ ਰੱਖਣ ਲਈ ਰੁੱਖ ਦਿਨ ਰਾਤ ਕੰਮ ਕਰਦੇ ਰਹਿੰਦੇ ਨੇ। ਪਿਛਲੇ ਹਜ਼ਾਰਾਂ ਸਾਲਾਂ ਵਿੱਚ ਕਈ ਸੱਭਿਅਤਾਵਾਂ ਖਤਮ ਹੋ ਗਈਆਂ ਕਿਉਂਕਿ ਉਹ ਕੁਦਰਤ ਦੇ ਬਣਾਏ ਕਾਨੂੰਨਾਂ ਤੇ ਨਹੀਂ ਚੱਲੀਆਂ। ਮੈਸੋਪੋਟਾਮੀਆ, ਜੋ ਕਿ ਟਾਈਗਰਸ ਤੇ ਯੂਫਰੇਟਸ ਦਰਿਆਵਾਂ ਦੇ ਕੰਢਿਆਂ ਤੇ ਸੁਮੇਰੀਅਨ ਸੱਭਿਅਤਾ ਕਰਕੇ ਮਸ਼ਹੂਰ ਹੋਈ, ਇਸ ਕਰਕੇ ਖਤਮ ਹੋ ਗਈ ਕਿਉਂਕਿ ਇਸ ਦੀ ਧਰਤੀ ਇਤਨੀ ਕਮਜ਼ੋਰ ਹੋ ਗਈ ਸੀ ਕਿ ਇਹ ਕੁਝ ਵੀ ਪੈਦਾ ਕਰਨ ਦੇ ਯੋਗ ਨਾ ਰਹਿ ਗਈ। ਨੀਲ ਘਾਟੀ ਦੀ ਸੱਭਿਅਤਾ ਖਤਮ ਹੋ ਗਈ। ਸਿੰਧੂ ਘਾਟੀ ਵੀ ਕੁਦਰਤੀ ਸੰਤੁਲਨ ਤੋਂ ਬਿਨਾਂ ਖਤਮ ਹੋ ਗਈ। ਮਾਇਆ ਸੱਭਿਅਤਾ, ਜੋ ਕਿ ਆਪਣੇ ਸਮੇਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਖੁਸ਼ਹਾਲ ਸੱਭਿਅਤਾ ਸੀ, ਇਹ ਵੀ ਖਤਮ ਹੋ ਗਈ। ਸਹਾਰਾ ਰੇਗਿਸਤਾਨ ਇੱਕ ਸਮੇਂ ਬਹੁਤ ਉਪਜਾਊ ਸੀ ਤੇ ਕਣਕ ਪੈਦਾ ਕਰਨ ਲਈ ਪ੍ਰਸਿੱਧ ਸੀ। ਅੱਜ ਉਥੇ ਜਿਉਣਾ ਵੀ ਮੁਸ਼ਕਿਲ ਹੈ। ਅੱਜ ਜੰਗਲਾਂ ਦੀ ਅਣਹੋਂਦ ਕਰਕੇ ਕੁਦਰਤੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਾਨੂੰ ਲੋੜ ਹੈ ਅੱਜ ਵੱਧ ਤੋਂ ਵੱਧ रुख लगाने की। गाँव में कम से कम जो खाली जगह हैं उन पर पेड़ लगाने शुरू कीजिए। ऐसे पेड़ जो कि खाना दे सके, पहले पशुओं के लिए चारा दे सके और थोड़ी सी पेड़ के लिए लकड़ी दे सकें और रेशा दे सकें, उससे हम स्वावलंबी बनेंगे। अर्थशास्त्र की दृष्टि से भी ये सबसे ज़्यादा फायदे का काम है, क्योंकि पेड़ खाली जगह पर आपको प्रोडक्शन दे रहा है ऊपर की तरफ बढ़कर। अन्न यूं फैलता है और पेड़ यूं पर बढ़ता है, पहली बात। दूसरी बात, जमीन के साथ कोई छेड़छाड़ नहीं होती है। और तीसरी बात जो है वो बादलों को आकर्षित करते हैं और फिर वो काफ़ी समय तक पैदावार देते रहते हैं। तो मनुष्य जाति का भविष्य जो है वो वृक्ष खेती में है। और पंजाब जो गुरुओं की भूमि है, वहाँ से काम शुरू होना चाहिए। और भगत जी का सच्चा स्मारक ये होगा कि हम गाँवों की जो खाली जमीन है, उस खाली जमीन पर भगत पूरण सिंह स्मृति कुंज लगाएं, उनकी यादगार में ऐसे पेड़ लगाएं। कम से कम एक परिवार को एक पेड़ लगाए। मैं तो कहता हूँ कि एक परिवार कई सौ पेड़ लगाए, लेकिन एक पेड़ तो लगाइए। तो ये भगत पूरण सिंह जी की सच्ची स्मृति होगी और उनके आशीर्वाद हम निरंतर प्राप्त करते रहेंगे। जहाँ पेड़ होगा वहाँ भगत पूरण सिंह होंगे। और वो